हाँ जी बच्चे सो ਆਪਾਂ ਅੱਜ ਆਪਾਂ ਸਟਾਰਟ ਕਰ ਰਹੇ ਹਾਂ। ਸਾਡਾ ਅੱਜ ਦਾ ਟੌਪਿਕ ਆ ਯੂਨਾਈਟਿਡ ਨੇਸ਼ਨਸ, ਸੰਯੁਕਤ ਰਾਸ਼ਟਰ। ਠੀਕ ਆ, ਇਸ ਟੌਪਿਕ ਨੂੰ ਨਾ ਬਹੁਤ ਧਿਆਨ ਨਾਲ ਸਮਝਣ ਦੀ ਲੋੜ ਆ। ਜਦੋਂ ਆਪਾਂ ਕਿਸੇ ਛੋਟੇ ਮੋਟੇ ਪੇਪਰ ਦੀ ਵੀ ਗੱਲ ਕਰਦੇ ਹਾਂ ਜਿਹਦੇ 'ਚ ਸਿੱਧੇ ਸਿੱਧੇ ਵਨ ਲਾਈਨਰ ਜਿਹੇ ਸਵਾਲ ਆਉਂਦੇ ਆ, ਉਹਦੇ 'ਚ ਵੀ ਇਹਦੇ ਤੋਂ ਬਹੁਤ ਸਵਾਲ ਬਣਦੇ ਆ। ਜਿਵੇਂ ਤੇ ਜਾਂ ਆਪਾਂ ਨੂੰ ਕਿਸੇ ਨੇ ਕਹਿਤਾ ਕਿ ਕੋਈ ਵਧੀਆ ਪੇਪਰ ਆ, ਉਹਦੇ 'ਚ ਇੱਕ ਸਵਾਲ, ਕੋਈ ਵੀ ਸਵਾਲ, ਜਿਵੇਂ ਹੁਣ ਯੂਨਾਈਟਿਡ ਨੇਸ਼ਨਸ ਇੱਕ ਸੰਸਥਾ ਹੈ ਜਿਹਦੇ ਬਾਰੇ ਕਈ ਵਾਰੀ ਨਾ ਸਾਨੂੰ ਸਿੱਧੇ ਤੌਰ 'ਤੇ ਪਤਾ ਵੀ ਨਹੀਂ ਹੁੰਦਾ। ਸੋ ਸਾਨੂੰ ਬੜੀ ਸਮਝਦਾਰੀ ਨਾਲ ਇਹਦੇ ਨਾਲ ਰਿਲੇਟਡ ਜਿਹੜਾ ਟੌਪਿਕ ਆ ਉਹਨੂੰ ਕੰਪਲੀਟ ਕਰਨਾ ਪਊਗਾ। ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਇਹ ਟੌਪਿਕ ਆਉਂਦਾ ਹੈ ਉਹਨਾਂ ਦੇ ਵਿੱਚ ਵੀ ਕਨਫਿਊਜ਼ਨ ਦੇ ਬਹੁਤ ਚਾਂਸ ਨੇ। ਜਿਵੇਂ ਮੈਂ ਤੁਹਾਨੂੰ ਕਹਿਤਾ ਕਿ ਯੂਨਾਈਟਿਡ ਨੇਸ਼ਨਸ ਨਾਲ ਸੰਬੰਧਿਤ ਜਾਂ ਸੰਯੁਕਤ ਰਾਸ਼ਟਰ ਨਾਲ ਸੰਬੰਧਿਤ ਹੇਠ ਲਿਖੀਆਂ ਕਾਨਫਰੰਸ ਨੇ: ਸੈਨ ਫਰਾਂਸਿਸਕੋ ਕਾਨਫਰੰਸ, ਅਟਲਾਂਟਿਕ ਚਾਰਟਰ, ਯਾਲਟਾ ਕਾਨਫਰੰਸ ਤੇ ਲੰਡਨ ਕਾਨਫਰੰਸ। ਇਹਨਾਂ ਨੂੰ ਕਰਨੋਲੋਜੀ 'ਚ ਲਾਓ ਕਿ ਕਿਹੜੀ ਪਹਿਲਾਂ ਹੋਈ ਤੇ ਕਿਹੜੀ ਬਾਅਦ 'ਚ। ਤਾਂ ਸਾਨੂੰ ਕਈ ਵਾਰੀ ਐਂ ਲੱਗਦਾ ਕਿ ਯਾਰ ਯੂਨਾਈਟਿਡ ਨੇਸ਼ਨਸ ਨਾਲ ਸੰਬੰਧਿਤ ਇਹ ਵਾਲੀਆਂ ਕਾਨਫਰੰਸਾਂ ਤੇ ਅਸੀਂ ਸੁਣੀਆਂ ਹੀ ਨਹੀਂ। ਯੂਨਾਈਟਿਡ ਨੇਸ਼ਨਸ ਦਾ ਇਤਿਹਾਸ ਕੀ ਆ, ਇਹ ਕਿਵੇਂ ਬਣਿਆ, ਕਿਵੇਂ ਅੱਜ ਇਹਦੀ ਸੂਰਤ ਆ, ਅੱਜ ਇਹਦੇ ਅੰਡਰ ਕਿਹੜੀਆਂ ਕਿਹੜੀਆਂ ਔਰਗਨਾਈਜੇਸ਼ਨਸ ਨੇ, ਕਿਹੜੇ ਕਿਹੜੇ ਸੰਸਥਾਨ ਇਹਦੇ ਅੰਦਰ ਸਪੈਸ਼ਲਾਈਜ਼ਡ ਏਜੰਸੀਆਂ ਨੇ, ਕਿਹੜੀਆਂ ਇਹਦੀਆਂ ਐਡੀਸ਼ਨਲ ਏਜੰਸੀਆਂ ਨੇ, ਠੀਕ ਆ, ਸਪੋਰਟਿੰਗ ਏਜੰਸੀਜ਼ ਨੇ। ਉਹਨਾਂ ਸਾਰਿਆਂ ਬਾਰੇ ਲਾਈਨ ਬਾਏ ਲਾਈਨ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਯੂਨਾਈਟਿਡ ਨੇਸ਼ਨਸ ਜਿਹੜਾ ਟੌਪਿਕ ਆ ਇਹ ਬੇਸਿਕਲੀ ਕਿਸ ਸਬਜੈਕਟ ਦਾ ਪਾਰਟ ਆ? ਆਪਾਂ ਇੱਕ ਸਬਜੈਕਟ ਪੜ੍ਹਨ ਜਾ ਰਹੇ ਹਾਂ, ਇੰਟਰਨੈਸ਼ਨਲ ਔਰਗਨਾਈਜੇਸ਼ਨਸ। ਲੈਕਚਰ ਸ਼ੁਰੂ ਕਰਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਦਾ ਕਿ ਜਿਹੜੇ ਅੰਤਰਰਾਸ਼ਟਰੀ ਸੰਗਠਨ ਯਾਨੀ ਕਿ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਨੇ ਉਹ ਬੇਸਿਕਲੀ ਕਿੰਨੇ ਪ੍ਰਕਾਰ ਦੇ ਹੋ ਸਕਦੇ ਆ। ਇੱਕ ਗੱਲ ਬੜੀ ਕਲੀਅਰ ਆ, ਅੰਤਰਰਾਸ਼ਟਰੀ ਸੰਸਥਾਨ ਬਣਦੇ ਕਿਉਂ ਆ, ਇਹ ਅੰਤਰਰਾਸ਼ਟਰੀ ਸੰਗਠਨ, ਅੰਤਰਰਾਸ਼ਟਰੀ ਸੰਸਥਾਵਾਂ ਇਹ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਹੋਂਦ 'ਚ ਕਿਉਂ ਆਉਂਦੀਆਂ। ਪਹਿਲੀ ਗੱਲ ਇਹ ਆ ਕਿ ਇਹ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਜਿਹੜੇ ਆ ਇਹਨਾਂ ਦੇ ਮਗਰ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਇੰਟਰਨੈਸ਼ਨਲ ਰਿਲੇਸ਼ਨਸ। ਦੁਨੀਆ 'ਚ ਅੰਤਰਰਾਸ਼ਟਰੀ ਪੱਧਰ 'ਤੇ ਜਿਹੜੇ ਤੁਹਾਡੇ ਸੰਬੰਧ ਆ ਉਹ ਉਦੋਂ ਤੱਕ ਨਹੀਂ ਬਣ ਸਕਦੇ ਜਦੋਂ ਤੱਕ ਤੁਹਾਡੇ ਸੰਬੰਧਾਂ ਦੇ ਵਿੱਚ ਅੰਤਰਰਾਸ਼ਟਰੀ ਸੰਸਥਾਵਾਂ ਨਹੀਂ ਆਉਣਗੀਆਂ। ਹੁਣ ਉਦਾਹਰਨ ਦੇ ਤੌਰ 'ਤੇ ਕੀ ਹੁੰਦਾ, ਇੰਡੀਆ ਨੇ ਪਾਕਿਸਤਾਨ ਦੇ ਨਾਲ, ਜਾਂ ਭਾਰਤ ਨੇ ਰਸ਼ੀਆ ਦੇ ਨਾਲ, ਜਾਂ ਚਾਈਨਾ ਨੇ ਰਸ਼ੀਆ ਦੇ ਨਾਲ, ਜਾਂ UK ਨੇ US ਦੇ ਨਾਲ ਸੰਬੰਧ ਸਥਾਪਿਤ ਕਰਨੇ ਆ ਤਾਂ ਉਹ ਕੀ ਹੁੰਦੇ ਆ? ਦੋ ਦੇਸ਼ਾਂ ਦੇ ਆਪਸੀ ਸੰਬੰਧ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਬਾਇਲੇਟਰਲ ਰਿਲੇਸ਼ਨਸ, ਦੋ ਦੇਸ਼ਾਂ ਦੇ ਸੰਬੰਧ। ਹੁਣ ਇਹ ਗੱਲ ਤਾਂ ਬੜੀ ਸਪਸ਼ਟ ਆ ਕਿ ਜਿਹੜੇ ਦੋ ਦੇਸ਼ਾਂ ਦਾ ਆਪਸੀ ਸੰਬੰਧ ਆ, ਠੀਕ ਆ, ਜਿਹੜਾ ਦੋ ਦੇਸ਼ਾਂ ਦਾ ਆਪਸੀ ਸੰਬੰਧ ਨੇ ਉਹ ਇੱਕ ਬੜਾ ਨੋਰਮਲ ਜਿਹਾ ਕਨਸੈਪਟ ਹੁੰਦਾ ਹੈ ਕਿ ਦੋ ਦੇਸ਼ਾਂ ਦੇ ਵਿੱਚ ਆਪਸੀ ਸੰਬੰਧ ਦੇ ਵਿੱਚ ਅਕਸਰ ਅਸੀਂ ਕੀ ਦੇਖਦੇ ਹਾਂ ਕਿ ਦੋ ਦੇਸ਼ਾਂ ਨੇ ਬੈਠ ਕੇ ਸੈਟਲਮੈਂਟ ਕਰ ਲਈ। ਪਰ ਜਦੋਂ ਮਸਲਾ ਦੋ ਤੋਂ ਵੱਧ ਦੇਸ਼ਾਂ ਦੇ ਆਪਸੀ ਰਿਲੇਸ਼ਨ ਦਾ ਹੁੰਦਾ ਹੈ ਫਿਰ ਉਹਨਾਂ ਨੂੰ ਇੱਕ ਪਲੇਟਫਾਰਮ ਬਣਾਉਣਾ ਪੈਂਦਾ ਹੈ। ਜਾਂ ਤਾਂ ਉਹਨਾਂ ਨੂੰ ਕਿਸੇ ਸੈਕਟਰੀਏਟ 'ਚ ਬੈਠ ਕੇ, ਸਕੱਤਰੇਤ 'ਚ ਬੈਠ ਕੇ ਗੱਲ ਕਰਨੀ ਪੈਂਦੀ ਆ, ਜਾਂ ਵੈਸੇ ਹੀ ਆਪਣੇ ਤੌਰ 'ਤੇ ਇੱਕ ਉਪਰਾਲਾ ਕਰਨਾ ਪੈਂਦਾ ਜਿਹਨੂੰ ਅਸੀਂ ਇੰਗਲਿਸ਼ 'ਚ ਕਹਿ ਦਿੰਦੇ ਹਾਂ ਫੋਰਮ। ਹੁਣ ਜੇ ਆਪਾਂ ਦੋ ਤੋਂ ਵੱਧ ਦੇਸ਼ ਇੱਕ ਜਗ੍ਹਾ 'ਤੇ ਇਕੱਠੇ ਕਰਨੇ ਆ ਤਾਂ ਜਾਂ ਤਾਂ ਤੁਹਾਨੂੰ ਕੋਈ ਸੈਕਟਰੀਏਟ ਬਣਾਉਣਾ ਪਊਗਾ, ਮਤਲਬ ਆਪਣਾ ਹੈੱਡਕੁਆਟਰ ਬਣਾਉਣਾ ਪਊਗਾ, ਅਦਰਵਾਈਜ਼ ਤੁਹਾਨੂੰ ਇੱਕ ਫਾਰਮਲ ਫੋਰਮ ਬਣਾਉਣਾ ਪਊਗਾ ਜਿਹਦੇ 'ਤੇ ਬੈਠ ਕੇ ਤੁਸੀਂ ਗੱਲ ਵਿਚਾਰ ਕਰ ਸਕੋ। ਠੀਕ ਆ, ਫੋਰਮ ਬਸ ਉਵੇਂ ਹੀ ਹੁੰਦਾ ਜਿਵੇਂ ਇੱਕ ਔਰਗਨਾਈਜੇਸ਼ਨ ਹੁੰਦੀ ਆ, ਬਸ ਉਹਦਾ ਕੋਈ ਹੈੱਡਕੁਆਟਰ ਨਹੀਂ ਹੁੰਦਾ। ਉਦਾਹਰਨ ਦੇ ਤੌਰ 'ਤੇ G20 ਉਹਦਾ ਕੋਈ ਹੈੱਡਕੁਆਟਰ ਨਹੀਂ ਗਾ। ਸੋ ਇਸ ਤਰੀਕੇ ਨਾਲ ਸਾਨੂੰ ਬਣਾਉਣੇ ਪੈਂਦੇ ਆ। ਹੁਣ ਅਗਲਾ ਪੁਆਇੰਟ, ਜਦੋਂ ਤੁਸੀਂ ਦੋ ਤੋਂ ਵੱਧ ਦੇਸ਼ਾਂ ਨੂੰ ਕਿਸੇ ਇੱਕ ਪਲੇਟਫਾਰਮ 'ਤੇ ਇਕੱਠੇ ਕਰਦੇ ਹੋ ਤਾਂ ਉਹਨੂੰ ਕਹਿੰਦੇ ਆ ਮਲਟੀ ਨੈਸ਼ਨਲ ਔਰਗਨਾਈਜੇਸ਼ਨਸ, ਮਤਲਬ ਕਿ ਬਹੁਦੇਸ਼ੀ ਸੰਗਠਨ। ਹੁਣ ਜੇ ਮੈਂ ਦੋ ਤੋਂ ਵੱਧ ਦੇਸ਼ਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਿਆ ਤਾਂ ਤੁਹਾਡੇ ਦਿਮਾਗ 'ਚ ਇੱਕ ਗੱਲ ਆਊਗੀ, ਸਰ ਇਹਦੇ ਪਿੱਛੇ ਕਾਰਨ ਕੀ ਆ? ਤਾਂ ਤੁਹਾਡਾ ਜਵਾਬ ਹੋਣਾ ਚਾਹੀਦਾ, ਸਰ ਦੋ ਤੋਂ ਵੱਧ ਦੇਸ਼ ਜਦੋਂ ਕਿਸੇ ਇੱਕ ਮੁੱਦੇ 'ਤੇ ਇਕੱਠੇ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਮੁੱਦਾ। ਵੈਸੇ ਤਾਂ ਗੱਲ ਬੜੀ ਕਮੇਡੀ ਜਿਹੀ ਲੱਗੀ, ਮੁੱਦਾ ਕਿਹੜੀ ਚੀਜ਼ ਮੁੱਦਾ ਹੋ ਸਕਦੀ ਹੈ? ਕਈ ਵਾਰੀ 4 ਜਾਂ 5 ਦੇਸ਼ ਇਸ ਕਰਕੇ ਇਕੱਠੇ ਹੋ ਜਾਂਦੇ ਆ, ਯਾਰ ਆਪਾਂ ਤਾਂ ਇੱਕੋ ਇਲਾਕੇ ਦੇ ਆ। ਕੋਈ ਐਗਜ਼ਾਮਪਲ, ਭਾਰਤ ਜਿਹੜਾ ਇਹ ਦੁਨੀਆ ਦੇ ਨਕਸ਼ੇ 'ਤੇ ਦੱਖਣ ਏਸ਼ੀਆਈ ਦੇਸ਼ ਆ, ਸਾਊਥ ਏਸ਼ੀਅਨ ਕੰਟਰੀ ਆ। ਭਾਰਤ ਦੇ ਨਾਲ ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵਸ, ਅਫਗਾਨਿਸਤਾਨ, ਇਹ 8 ਦੇਸ਼ਾਂ ਦਾ ਗਰੁੱਪ ਜਿਹੜਾ ਇਹ ਦੁਨੀਆ ਦੇ ਵਿੱਚ ਇੱਕ ਸੰਗਠਨ ਬਣਾਈ ਬੈਠਾ। ਇਹ ਨਾਮ ਆ ਸਾਰਕ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ
ਫॉर ਰੀਜਨਲ ਕੋਆਪਰੇਸ਼ਨ, मतलब कि दक्षिणी एशियाई देशों का आपस दे विच सहचार वास्ते एक खेतरी संगठन। सिंपल जी गल कि एक सार्क नाम का संगठन आ। इंडिया साउथ एशिया च आ, इंडिया के थोड़ा जिहा नाल दे देखो साउथ ईस्ट आ, दक्षिण पूर्व आ, उत्थों के 10 देश ने, बरनूई हो गया, सिंगापुर हो गया, फिलीपीनस हो गया, वियतनाम हो गया, कंबोडिया हो गया, इंडोनेशिया हो गया, मलेशिया हो गया, ये 10 बर्मा म्यांमार हो गया, इस तो परले परले 10 देश, इन्हां 10 देशों का, बर्मा तो परले परले 10 देशों का आपस च साउथ ईस्ट एशिया के 10 देशों का आपस च एक ग्रुप आ, एसियान, एसोसीएशन ऑफ साउथ ईस्ट एशियन नेशनस, मतलब कि दक्षिण पूर्वी देशों का आपस दे विच एक संगठन। सो एक गल समझ आ गई तो तुहाडे दिमाग च हिट भी कर गई कि ऑर्गेनाइजेशनां दे बनन दे पिछे एक मूल आधार की हो सकता है भला। एक मूल आधार आ इक्को इलाका कि दे हैव कॉमन रीजन, उन्हां दा खेतर एक। दूसरी गल की पता उन्हां दा रिलीजन एक होवे, धर्म एक होवे। लो जी एक गल तो क्लीयर है, वैसे धर्म के नाम पर संगठन बने मैं देखे तो नहीं, पर हैगा एक ऑर्गेनाइजेशन ऑफ इस्लामिक कंट्रीज़, दुनिया के सारे इस्लामिक देशों का एक संगठन जिहड़ा कि 1960s दे विच 60 के दहाके च बनिया ते मुसलमान देशों की पैरवी करता पूरी दुनिया च। होर किसी धर्म के नाँ पर कोई सीधे तौर पर संगठन मेरी निगाह च आउंदा नहीं। सो धर्म जां खेतर, रिलीजन जां रीजन एक आधार आ जदों कोई मल्टीनैशनल ऑर्गेनाइजेशन बनती है। एक तीसरा कारण वैसटड इंटरस्ट, इंग्लिश च शब्द आ वैसटड इंटरस्ट, तो पंजाबी च हुंदा कि सांझे हित, आपस दे विच उन्हां दे आपसी हित। कई वारी देशों के हित इक्को जिहे हुंदे आ तां मिल के संगठन बना लैंदे आ। इह की हो सकता है? ओपैक, ऑर्गेनाइजेशन ऑफ पैट्रोलीयम एक्सपोर्टिंग कंट्रीज़, पेट्रोल का निर्यात करने वाले देशों का संगठन। ਜਿਹੜੇ ਪੈਟਰੋਲ ਦਾ ਨਿਰਯਾਤ ਕਰਨ ਵਾਲੇ ਦੇਸ਼ ਆ, ਕੀ ਪਤਾ ਕੋਈ ਅਮੀਰ ਆ ਕੋਈ ਗਰੀਬ ਆ, ਹੋ ਸਕਦਾ ਯਾਰ ਪੈਟਰੋਲ ਦਾ ਨਿਰਯਾਤ ਕਰਨ ਵਾਲੇ, ਐਕਸਪੋਰਟ ਕਰਨ ਵਾਲੇ ਸਾਰੇ ਦੇਸ਼ ਅਮੀਰ ਜਾਂ ਗਰੀਬ ਥੋੜਾ, ਜੇ ਤਾਂ ਸਾਰੇ ਹੀ ਅਮੀਰ ਹੁੰਦੇ, ਮੈਂ ਕਹਿੰਦਾ ਇਹਨਾਂ ਸਭ ਦੀ ਇਕੋਨਮੀ ਇੱਕੋ ਜੀ ਆ, ਅਰਥ ਵਿਵਸਥਾ ਇੱਕੋ ਜੀ ਆ। ਅਰਥ ਵਿਵਸਥਾ ਵੀ ਇੱਕੋ ਜੀ ਨਹੀਂ ਕੀ, ਇਕੋਨਮੀ ਵੀ ਉੱਪਰ ਥੱਲੇ ਆ, ਇਲਾਕਾ ਵੀ ਇੱਕ ਨਹੀਂ ਗਾ, ਧਰਮ ਵੀ ਇੱਕ ਨਹੀਂ ਗਾ, ਫਿਰ ਵੀ ਕੀ ਇੱਕ ਹੋਇਆ ਭਲਾ? ਵੈਸਟਡ इंटरस्ट, हित एक ने, इंटरस्ट एक ने। सो इहो जे संगठन जिहड़े आ इहदे च इंटरस्ट भी मैटर करते हैं। हुण चौथा पॉइंट, देशों की अर्थ व्यवस्था इक्को जी हो सकती है, इकोनमी एक जे बराबर की हो सकती है। 5 ਤੋਂ 7 देश इस करके भी ग्रुप बना लैणगे कि आपां सारे ही अमीर आ, 5 ਤੋਂ 7 देश मिल के इस करके भी ग्रुप बना लैणगे कि आपां सारे ही गरीब आ। 5 देश मिल के की पता इस करके ग्रुप बना लैण कि आपां पंजे इक्को जे दरम्याने जे, दरम्याना मतलब मिडियोकर जे, जिवें ब्रिक्स BRICS, ब्राज़ील, रशिया, इंडिया, चाइना, साउथ अफ्रीका, एवें G7 ग्रुप ऑफ 7 कंट्रीज़ जिस सारे अमीर देशों का एक ग्रुप आ। ठीक है। सो असल दे विच इकोनमी, अर्थ व्यवस्था, रीजन खेतर इलाका, रिलीजन धर्म ते इंटरस्ट हित कोई भी एक आधार हो सकता है। तो दुनिया के विच ना मल्टीनैशनल ऑर्गेनाइजेशनस, कई कई देशों के ग्रुप, तो ये देशों के ग्रुप किन्ने क देशों तो शुरू हो सकते हैं? 3-4 देशों तो लैके 40-40, 50-50, 60-60, 70-70, 100-100 देशों के ग्रुप भी बने देखे असीं। ਜਦੋਂ ਆਪਾਂ ਇੰਟਰਸਟ ਦੀ ਗੱਲ ਕਰਦੇ ਹਾਂ, ਸਾਡੀਆਂ ਮਜਬੂਰੀਆਂ ਦੀ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਨੈਮ, ਨੌਨ ਅਲਾਈਨਡ ਮੂਵਮੈਂਟ, ਇੱਕ ਬੜਾ ਤਗੜਾ ਗਰੁੱਪ ਜਿਸ 'ਚ ਬਹੁਤ ਸਾਰੇ ਦੇਸ਼ ਆ। ਸੋ G20 20 ਦੇਸ਼ਾਂ ਦਾ, 19+1 ਦੇਸ਼ਾਂ ਦਾ ਇੱਕ ਗਰੁੱਪ ਆ। ਸੋ ਇਹ ਸਾਰੇ ਇੰਟਰਨੈਸ਼ਨਲ ਔਰਗੇਨਾਈਜੇਸ਼ਨਸ ਬਾਰੇ ਆਉਣ ਵਾਲੇ ਲੈਕਚਰਸ ਦੇ ਵਿੱਚ ਬੜੀ ਡਿਟੇਲ 'ਚ ਪੜਾਂਗੇ। ਤੇ ਇੱਕ ਗੱਲ ਕਲੀਅਰ ਆ, ਤੁਹਾਡੇ ਕੋਰਸ ਦੇ ਵਿੱਚ ਜਿਹੜਾ ਫੋਲਡਰ ਬਣਿਆ ਹੋਊਗਾ ਉਹਦੇ 'ਚ ਇੰਟਰਨੈਸ਼ਨਲ ਔਰਗੇਨਾਈਜੇਸ਼ਨਸ ਦੇ 2 ਟਾਈਪ ਦੇ ਲੈਕਚਰ ਨੇ, ਇੱਕ ਸਟੈਟਿਕ, ਥੱਲੇ ਕਰੰਟ ਉਸ ਸਾਲ ਦੇ ਵਿੱਚ ਕਰੰਟ ਅਫੇਅਰ ਮਿਲਣਗੇ ਜਿਸ ਸਾਲ ਤੁਸੀਂ ਇਸ ਲੈਕਚਰ ਨੂੰ ਦੇਖ ਰਹੇ ਆ। ਸਟੈਟਿਕ ਦੇ ਵਿੱਚ ਮੈਂ ਸਟੈਟਿਕ ਗੱਲ ਹੀ ਕਰੂੰਗਾ ਸਾਰੀ। ਆ ਜਾਓ ਹੁਣ, ਜਦੋਂ ਮੈਂ ਸਾਰੇ ਪੜ੍ਹਾਤੇ ਫਿਰ ਮੈਂ ਦੁਨੀਆ ਦਾ ਸਭ ਤੋਂ ਤਗੜਾ ਸੰਗਠਨ ਪੜ੍ਹਾਊਂਗਾ ਹੁਣ, ਜਿਹਨੂੰ ਆਪਾਂ ਕਹਿੰਦੇ ਹਾਂ ਯੂਨਾਈਟਿਡ ਨੇਸ਼ਨਸ। ਇਹਦੇ 'ਚ ਦੁਨੀਆ ਦੇ ਆਲਮੋਸਟ ਸਾਰੇ ਦੇਸ਼ ਆ। ਇਹਦੇ 'ਚ ਕੀ ਆ, ਇਹਦੇ 'ਚ ਕੀ ਮਿਲਿਆ ਕਿ ਤੁਸੀਂ ਸੰਗਠਨ ਬਣਾ ਲਿਆ? ਇਹਦੇ 'ਚ ਇੱਕ ਚੀਜ਼ ਮਿਲੀ ਆ ਕਿ ਤੁਸੀਂ ਧਰਤੀ 'ਤੇ ਰਹਿੰਦੇ ਹੋ। ਇਹਦੇ 'ਚ ਉਹ ਦੇਸ਼ ਨੇ ਜੋ ਧਰਤੀ 'ਤੇ ਰਹਿੰਦੇ ਆ, ਸਭ ਦਾ ਇੱਕੋ ਹੀ ਚੀਜ਼ ਸਭ 'ਚ ਕਾਮਨ ਆ ਕਿ ਤੁਸੀਂ ਸਾਰੇ ਇਸ ਧਰਤੀ 'ਤੇ ਬਣਨ ਵਾਲੇ ਦੇਸ਼ ਹੋ। ਯੂਨਾਈਟਿਡ ਨੇਸ਼ਨਸ ਬਣਿਆ ਕਿਉਂ, ਇਹਦੇ ਪਿੱਛੇ ਦੀ ਸਟੋਰੀ ਜਿਹੜੀ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੁਨੀਆ ਦੇ ਮਹਾਂਦੀਪਾਂ ਦਾ, ਕੌਂਟੀਨੈਂਟਸ ਦਾ ਗਿਆਨ ਹੋਣਾ ਚਾਹੀਦਾ ਹੈ। ਆਹ ਯੂਰਪ ਆ, ਆਹ ਅਫਰੀਕਾ ਹੈ,
ਆ ਏਸ਼ੀਆ ਹੈ, ਆ ਨਾਰਥ ਅਮਰੀਕਾ ਹੈ, ਆ ਸਾਊਥ ਅਮਰੀਕਾ ਹੈ। ਦੁਨੀਆ ਦਾ ਸਭ ਤੋਂ ਖਤਰਨਾਕ ਕੰਟੀਨੈਂਟ ਯੂਰਪ, ਜਿੰਦਾ 19ਵੀਂ ਸਦੀ ਦਾ ਮਤਲਬ ਹੁੰਦਾ ਹੈ 1800 ਤੋਂ ਲੈ ਕੇ 1899 ਤੱਕ 19ਵੀਂ ਸਦੀ ਚੱਲਦੀ ਹੈ, 19th ਸੈਂਚਰੀ। ਇਸ ਸੈਂਚਰੀ 'ਚ ਜਿਹਨੇ ਪੂਰੀ ਦੁਨੀਆ ਨੂੰ ਛੱਛੋ ਪੰਜ 'ਚ ਪਾਈ ਰੱਖਿਆ, ਇਹੀ ਯੂਰਪ ਸੀਗਾ ਜਿਹਦਾ ਦੁਨੀਆ ਦੇ ਵੱਖਰੇ ਵੱਖਰੇ ਇਲਾਕਿਆਂ 'ਤੇ ਕਬਜ਼ਾ ਸੀਗਾ। ਤਾਂ ਇੱਕ ਆ ਤੇ ਇੱਕ ਆ, ਥੋੜ੍ਹਾ ਬਹੁਤਾ ਇਹਦੇ 'ਚ ਵੀ ਸੀਗਾ, ਥੋੜ੍ਹਾ ਬਹੁਤਾ। ਤਾਂ 19ਵੀਂ ਸਦੀ ਦੇ ਵਿੱਚ ਦੁਨੀਆ 'ਚ ਪੂਰੀ ਦੁਨੀਆ ਨੂੰ ਕੰਟਰੋਲ ਕਰਨ ਵਾਲਾ ਕੰਟੀਨੈਂਟ ਸੀਗਾ ਯੂਰਪ। ਅਤੇ ਯੂਰਪ ਦੇ ਕੁਛ ਦੇਸ਼, ਸਪੇਨ, ਪੁਰਤਗਾਲ, ਇਟਲੀ ਥੋੜ੍ਹਾ ਸੀਗਾ, UK, ਜਰਮਨ ਵੀ ਥੋੜ੍ਹਾ ਸੀਗਾ। ਇਸ ਤਰੀਕੇ ਦੇ ਕੁਛ ਦੇਸ਼ ਜਿਨ੍ਹਾਂ ਨੇ ਪੂਰੀ ਦੁਨੀਆ ਹੀ ਕੰਟਰੋਲ 'ਚ ਕਰੀ ਹੋਈ ਸੀ। ਇਹ ਕੱਲੀ ਦੁਨੀਆ ਨੂੰ ਕੰਟਰੋਲ 'ਚ ਕਰਕੇ ਖਬਰਾਂ 'ਚ ਨਹੀਂ ਸੀ। 19ਵੀਂ ਸਦੀ ਦਾ ਜਿਹੜਾ 13ਵਾਂ 14ਵਾਂ ਸਾਲ ਸੀ, ਜਾਂ 19ਵੀਂ ਸਦੀ ਦੇ ਪਹਿਲੇ ਸਾਲ ਤੋਂ ਲੈ ਕੇ 14ਵੇਂ ਸਾਲ ਤੱਕ, 1800 ਤੋਂ 1814 ਤੱਕ, ਇਸ ਕੰਟੀਨੈਂਟ ਦੇ ਆਪਣੇ ਅੰਦਰ ਵੀ ਬੜੀ ਹਲਚਲ ਸੀ। ਇੱਥੋਂ ਦਾ ਇੱਕ ਦੇਸ਼ ਆ ਫਰਾਂਸ, ਅਤੇ ਫਰਾਂਸ ਦਾ ਇੱਕ ਰਾਜਾ ਸੀ ਨਪੋਲੀਅਨ। ਉਹਨੇ ਐਸੀ ਮੱਤ ਮਾਰੀ ਬਾਕੀ ਦੇਸ਼ਾਂ ਦੀ ਕਿ ਸਭ ਤੋਂ ਕੁਛ ਨਾ ਕੁਛ ਖੋਹ ਲਿਆ। 1814 'ਚ ਉਹਨੂੰ ਮਸਾਂ ਕਾਬੂ ਕੀਤਾ ਵਾਟਰਲੂ ਦੀ ਲੜਾਈ 'ਚ, ਅਤੇ ਉਹਨੂੰ ਹਰਾ ਕੇ ਦੁਨੀਆ ਦੇ ਇੱਕ ਬੜੇ ਸੁਨਸਾਨ ਜਿਹੇ ਆਈਲੈਂਡ 'ਤੇ ਛੱਡ ਆਏ। ਠੀਕ ਆ, ਸੈਂਟ ਹੈਲੀਨਾ, ਬਹੁਤ ਦੂਰ ਆਈਲੈਂਡ ਸੀਗਾ ਅਟਲਾਂਟਿਕ ਓਸ਼ੀਅਨ ਦੇ ਵਿੱਚ, ਉੱਥੇ ਸਿੱਟ ਆਏ ਉਹਨੂੰ। ਖੈਰ ਉਸ ਤੋਂ ਬਾਅਦ ਸਾਰੇ ਦੇਸ਼ ਆਪਸ 'ਚ 1815 'ਚ ਬੈਠੇ ਅਤੇ ਮਿਲੇ, ਅਤੇ ਵਿਚਾਰ ਵਟਾਂਦਰਾ ਕੀਤਾ ਕਿ ਜੋ ਅਸੀਂ ਇਸ ਕੀ ਨਾਮ ਇਹਦਾ ਆਪਣੇ ਨਪੋਲੀਅਨ ਤੋਂ ਖੋਇਆ ਹੈ, ਆਪਾਂ ਇਹਨੂੰ ਵਾਪਸ ਕਿਵੇਂ ਕਰੀਏ। ਇੱਕ ਮਤ ਤਾਂ ਇਹ ਸੀ ਕਿ ਜਿਹੜੇ ਦੇਸ਼ਾਂ ਦੀ ਜ਼ਮੀਨ ਉਹਨੇ ਖੋਈ ਸੀ ਉਹਨਾਂ ਨੂੰ ਵਾਪਸ ਕਰ ਦਿਓ। ਦੂਜਾ ਮਤ ਇਹ ਨਿਕਲ ਕੇ ਆਇਆ ਕਿ ਯਾਰ ਜਿਨ੍ਹਾਂ ਦੀ ਜ਼ਮੀਨ ਖੋਈ ਸੀ ਉਹ ਤਾਂ ਚੁੱਪ ਕਰਕੇ ਬੈਠੇ ਗਏ ਸੀ, ਜ਼ੋਰ ਤਾਂ ਦੂਜਿਆਂ ਨੇ ਲਾਇਆ ਜ਼ਮੀਨ ਵਾਪਸ ਲੈਣ 'ਚ, ਫਿਰ ਵੰਡੋ ਉਹਨਾਂ 'ਚ ਜਿਨ੍ਹਾਂ ਨੇ ਖੋ ਕੇ ਵਾਪਸ ਕਰਾਈ ਆ। ਫਿਰ ਕਹਿੰਦੇ ਐਵੇਂ ਕਰੋ, ਬਰਾਬਰ ਜੀ ਵੰਡ ਲਓ, ਕੁਛ ਉਹਨਾਂ ਨੂੰ ਦੇ ਦਿਓ, ਕੁਛ ਆਪ ਰੱਖ ਲਓ। ਫਿਰ ਇਹਦੇ 'ਚੋਂ ਵੰਡਈਏ 'ਚ ਗੜਬੜ ਹੋ ਗਈ, ਕਿਤੇ ਨਾ ਕਿਤੇ ਰੌਲਾ ਪੈ ਗਿਆ, ਅਤੇ ਯੂਰਪ ਦੀ ਧਰਤੀ 'ਤੇ ਪਹਿਲੀ ਅੱਗ ਸੁਲਗਾਈ ਇਸ ਕਾਂਗਰਸ ਨੇ। ਕਾਂਗਰਸ ਦਾ ਮਤਲਬ ਮੀਟਿੰਗ, ਵੀਨਾ ਕਾਂਗਰਸ ਨੇ 1815 'ਚ, ਜਿਹੜੀ ਆਫਟਰ ਦੀ ਇਮੀਡੀਏਟ ਮਤਲਬ ਕਿ ਆਫਟਰ ਦੀ ਡਿਫੀਟ ਆਫ ਨਪੋਲੀਅਨ ਦੀ ਹਾਰ ਤੋਂ ਬਾਅਦ ਜਿਹੜੀ ਮੀਟਿੰਗ ਹੋਈ। ਇਸ ਮੀਟਿੰਗ 'ਚ ਜਿਹੜੇ ਕੰਡੇ ਬੀਜੇ ਗਏ ਉਹ ਬਾਅਦ 'ਚ ਸੈਟਲ ਨਹੀਂ ਹੋਏ। ਫਿਰ 1800 ਤੋਂ ਲੈ ਕੇ 1840, 50, 60, 70, 80 ਯੂਰਪ ਦੇ ਵੱਖਰੇ ਵੱਖਰੇ ਦੇਸ਼ਾਂ 'ਚ ਬਗਾਵਤਾਂ ਹੁੰਦੀਆਂ ਰਹੀਆਂ, ਅਤੇ ਕੋਈ ਇਲਾਕਾ ਕੋਈ ਖੋਲ੍ਹਿਆ ਕਰੇ, ਕੋਈ ਇਲਾਕਾ ਕੋਈ ਖੋਲ੍ਹਿਆ ਕਰੇ। ਇਸ ਤਰੀਕੇ ਦੇ ਸਿਆਪੇ ਯੂਰਪ 'ਚ ਚੱਲਦੇ ਰਹੇ, ਅਤੇ ਸੈਟਲਮੈਂਟਸ ਵੀ ਹੁੰਦੀਆਂ ਰਹੀਆਂ। ਇਸੇ ਦੌਰਾਨ 1875 ਦੇ ਵਿੱਚ ਇੱਕ ਬਰਲਿਨ ਦੇ ਵਿੱਚ ਮੀਟਿੰਗ ਹੋਈ, ਟ੍ਰੀਟੀ ਆਫ ਬਰਲਿਨ ਦਾ ਸਮਝੌਤਾ। ਯੂਰਪ ਦੇ ਵਿੱਚ ਇੱਕ ਹੈਜ਼ਰਬੋਨੀਆ ਅਤੇ ਬੋਸਵਨੀਆ ਨਾਮ ਦੇ ਦੋ ਸ਼ਹਿਰ ਸੀਗੇ। ਹੈਜ਼ਰਬੋਨੀਆ ਅਤੇ ਬੋਸਵਨੀਆ ਨਾਮ ਦੇ ਦੋ ਸ਼ਹਿਰ ਸੀਗੇ। ਇਹਨਾਂ ਦੋ ਸ਼ਹਿਰਾਂ 'ਤੇ ਰੌਲਾ ਸੀਗਾ ਹੰਗਰੀ ਵਰਸਿਸ ਸਰਬੀਆ, ਅਤੇ ਬਰਲਿਨ ਦੀ ਸੰਧੀ ਦੇ ਨਾਲ ਇਹ ਦੋਵੇਂ ਸ਼ਹਿਰ ਜਿਹੜੇ ਸੀ ਹੰਗਰੀ ਨੂੰ ਸੌਂਪ ਦਿੱਤੇ ਗਏ। ਹੰਗਰੀ ਵਾਲੇ ਕਹਿੰਦੇ ਜੀ ਅਸੀਂ ਲੜਾਈ 'ਚ ਦੋ ਸ਼ਹਿਰ ਜਿੱਤੇ ਆ, ਲੜਾਈ 'ਚ ਥੋੜ੍ਹਾ ਜਿੱਤੇ ਆ, ਸਮਝੌਤੇ 'ਚ ਦਿੱਤੇ ਆ, ਅਤੇ ਚੁੱਪ ਕਰਕੇ ਸਾਂਭ ਲਓ, ਰੌਲਾ ਪਾਉਣ ਦੀ ਕੀ ਲੋੜ ਆ। 1914 'ਚ ਉਹਨਾਂ ਨੇ ਉੱਥੇ ਰੰਗਾ ਰੰਗ ਪ੍ਰੋਗਰਾਮ ਕੀਤਾ। ਸਰਬੀਆ ਵਾਲੇ ਬਰਦਾਸ਼ਤ ਨਹੀਂ ਕਰ ਸਕੇ। ਹੰਗਰੀ ਅਤੇ ਆਸਟਰੀਆ ਇੱਕੋ ਹੀ ਦੇਸ਼ ਹੁੰਦੇ ਸੀ ਉਦੋਂ। ਉੱਥੋਂ ਦਾ ਰਾਜਾ ਸੀਗਾ ਫਰਦੀਨੰਦ। ਜਦੋਂ ਉੱਥੇ ਜਸ਼ਨ ਮਨਾ ਰਹੇ ਸੀਗੇ, ਸਰਬੀਆ ਦੇ ਕੁਛ ਲੋਕਾਂ ਨੇ ਉਹਨੂੰ ਗੋਲੀ ਮਾਰਤੀ। ਇੱਥੋਂ ਇਹ ਦੋ ਦੇਸ਼ ਆਪਸ 'ਚ ਆਮਣੇ ਸਾਹਮਣੇ ਹੋ ਗਏ। ਇਹ ਤਾਂ ਤੁਹਾਨੂੰ ਪਤਾ ਹੀ ਆ ਕਿ ਇਸ ਗੋਲੀ ਕਾਂਡ ਤੋਂ ਬਾਅਦ ਤਾਂ ਇੱਕ ਬਹਾਨਾ ਬਣਿਆ ਲੜਾਈ ਹੋਣੀ ਆ। ਇਹਦਾ ਆਧਾਰ ਤਾਂ 100 ਸਾਲ ਪਹਿਲਾਂ ਵੀਨਾ ਦੀ ਮੀਟਿੰਗ 'ਚ ਹੀ ਹੋ ਗਿਆ ਸੀ। 1914 'ਚ ਗੋਲੀ ਚੱਲੀ ਆ, ਪਰ 1914 ਤੋਂ 100 ਸਾਲ ਪਹਿਲਾਂ 1814 ਅਤੇ 1815 ਜਦੋਂ ਕਾਂਗਰਸ ਦੀ ਮੀਟਿੰਗ ਵੀਨਾ ਆਫ ਕਾਂਗਰਸ ਹੋਈ ਹੈ, ਵੀਨਾ ਕਾਂਗਰਸ ਹੋਈ ਆ, ਵੀਨਾ ਦੀ ਮੀਟਿੰਗ ਹੋਈ ਆ, ਉੱਥੋਂ ਹੀ ਸਿਆਪਾ ਛਿੜ ਗਿਆ ਸੀ। ਆਹ ਰਾਜੇ ਰਾਣੀਆਂ ਨੂੰ ਮਾਰਨ ਵਾਲਾ ਤਾਂ ਬਹਾਨਾ ਸੀ ਇੱਕ। 1914 'ਚ ਉਸੇ ਇੱਕ ਕਾਂਡ ਤੋਂ ਵਰਲਡ ਵਾਰ ਸ਼ੁਰੂ ਹੋ ਗਈ। ਵਰਲਡ ਵਾਰ ਕਿਉਂ ਹੋ ਗਈ? ਦੋ ਦੇਸ਼ਾਂ ਦੀ ਲੜਾਈ। ਆਸਟਰੀਆ ਹੰਗਰੀ ਦੀ ਸਪੋਰਟ 'ਚ ਜਰਮਨ ਆ ਗਿਆ, ਅਤੇ ਉਹਦੀ ਸਰਬੀਆ ਦੀ ਸਪੋਰਟ 'ਚ ਰਸ਼ੀਆ ਆ ਗਿਆ। ਜਰਮਨ ਦਾ ਦੁਸ਼ਮਣ UK ਸੀ, ਉਹ ਦੂਜੇ ਪਾਸੇ ਚਲੇ ਗਿਆ, ਅਤੇ UK ਦਾ ਦੁਸ਼ਮਣ ਟਰਕੀ ਸੀ, ਉਹ ਦੂਜੇ ਪਾਸੇ ਇਕੱਠਾ ਹੋ ਗਿਆ। ਸੋ ਸਾਰੇ ਦੇਸ਼ ਇੱਕ ਦੂਜੇ ਦੇ ਦੁਸ਼ਮਣ ਜਾਂ ਦੋਸਤ ਹੋਣ ਕਰਕੇ ਆਪਣੀ ਧੜੇਬੰਦੀ 'ਚ ਵੱਜਦੇ ਗਏ, ਅਤੇ ਉਹ ਧੜੇਬੰਦੀ ਐਡੀ ਖਤਰਨਾਕ ਸੀ, ਗੌਰ ਨਾਲ ਸੁਣਿਓ, ਉਹ ਧੜੇਬੰਦੀ ਐਡੀ ਕੁ ਖਤਰਨਾਕ ਸੀ ਕਿ ਉਹਦੇ ਕਰਕੇ ਇਹ ਸਾਰਾ ਜਿਹੜਾ ਉਲਝੇਵਾਂ ਸੀ ਉਹ ਵੱਧ ਗਿਆ, ਅਤੇ ਇਹ ਲੜਾਈ ਬਣ ਗਈ। 1914 ਦੀ ਲੜਾਈ ਹੋਣੀ ਆ, ਇਹਦੀ ਗਰਾਊਂਡ ਤਾਂ ਪਹਿਲਾਂ ਹੀ ਤੈਅ ਹੋ ਗਈ ਸੀ। 1814 ਤੋਂ ਲੈ ਕੇ 1914 ਤੱਕ 100 ਸਾਲ ਗਰਾਊਂਡ ਹੀ ਬਣਿਆ ਲੜਾਈ ਦਾ।
ਇਸੇ ਲੜਾਈ ਦੇ ਦੌਰਾਨ, ਇਸੇ 100 ਸਾਲਾਂ ਦੇ ਮਾਹੌਲ ਦੇ ਦੌਰਾਨ ਬੜੀ ਵਾਰ ਛੋਟੀਆਂ ਛੋਟੀਆਂ ਲੜਾਈਆਂ ਯੂਰਪ ਦੇ ਵਿੱਚ 1814 ਤੋਂ ਲੈ ਕੇ 1914 ਦੇ ਦੌਰਾਨ ਹੋਈਆਂ ਤੇ ਇਹਨਾਂ ਲੜਾਈਆਂ ਨੂੰ ਕਾਬੂ ਕਰਨ ਵਾਸਤੇ ਬਹੁਤ ਐਫਰਟਸ ਵੀ ਹੋਈਆਂ। ਬੜੇ ਵਿੱਚ ਇਹੋ ਜਿਹੀਆਂ ਸੰਸਥਾਨ ਬਣੇ ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਕਿ ਇਹਨਾਂ ਲੜਾਈਆਂ ਨੂੰ ਹੋਣ ਤੋਂ ਰੋਕਿਆ ਜਾਵੇ। ਸੋ ਅਸਲ ਦੇ ਵਿੱਚ ਜੇ ਕੋਈ ਮੈਨੂੰ ਪੁੱਛੇ ਕਿ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨਸ ਕੀ ਆ, ਤੇ ਮੈਂ ਇਹ ਗੱਲ ਕਹੂੰਗਾ ਕਿ ਲੜਾਈਆਂ ਰੋਕਣ ਵਾਸਤੇ ਬਣੀ ਸੰਸਥਾ ਹੈ। ਤਾਂ ਇਹਦੀ ਪਹਿਲੀ ਸ਼ੁਰੂਆਤ ਜਿਹਦੀ ਆ ਉਹ 1899 ਦੇ ਵਿੱਚ ਦੇਖੀ ਜਾਂਦੀ ਹੈ, ਜਦੋਂ ਯੂਰਪ ਦੇ ਵਿੱਚ ਅੱਗ ਸੁਲਗ ਰਹੀ ਸੀ ਹਜੇ। ਉਸ ਟਾਈਮ ਇੱਕ ਇੰਟਰਨੈਸ਼ਨਲ ਪੀਸ ਕਾਨਫਰੰਸ ਹੁੰਦੀ ਆ ਨੀਦਰਲੈਂਡ ਦੇ ਸ਼ਹਿਰ ਹੇਗ 'ਚ। ਨੀਦਰਲੈਂਡ ਦੇਸ਼ ਦੇ ਸ਼ਹਿਰ ਹੇਗ ਦੇ ਵਿੱਚ ਇੱਕ ਇੰਟਰਨੈਸ਼ਨਲ ਪੀਸ ਕਾਨਫਰੰਸ ਹੁੰਦੀ ਆ ਤੇ ਉਸੇ ਪੀਸ ਕਾਨਫਰੰਸ ਦੇ ਵਿੱਚ ਇੱਕ ਮਸਲਾ ਪਾਸ ਕਰਾਇਆ ਜਾਂਦਾ ਹੈ, ਕਨਵੈਨਸ਼ਨ ਫॉर ਪੈਸੀਫਿਕ ਸੈਟਲਮੈਂਟ ਆਫ ਇੰਟਰਨੈਸ਼ਨਲ ਡਿਸਪਿਊਟ। ਕਿ ਮਤਲਬ ਕਿ ਆਪਾਂ ਕੋਈ ਵੀ ਡਿਸਪਿਊਟ ਆ ਉਹਦੇ ਸੈਟਲਮੈਂਟ ਕਰਿਆ ਕਰਾਂਗੇ। ਇਸੇ ਤਹਿਤ ਇੱਕ ਅਦਾਲਤ ਬਣਾਈ ਜਾਂਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ। ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਇੱਕ ਅਦਾਲਤ ਬਣੀ ਜਿਹਦਾ ਕਿ ਹੈੱਡ ਆਫਿਸ ਸੀਗਾ ਹੇਗ ਨੀਦਰਲੈਂਡ 'ਚ। ਇਹ ਪਹਿਲੀ ਸ਼ੁਰੂਆਤ ਆ ਦੁਨੀਆ ਦੇ ਝਗੜੇ ਨਿਪਟਾਰਨ ਵਾਸਤੇ ਕਿਸੇ ਸੰਸਥਾ ਦਾ ਬਣਨਾ। ਦੁਨੀਆ 'ਚ ਪਹਿਲੀ ਸੰਸਥਾ ਜਿਹੜੀ ਝਗੜਿਆਂ ਦਾ ਨਿਪਟਾਰਾ ਕਰਨ ਵਾਸਤੇ ਅੰਤਰਰਾਸ਼ਟਰੀ ਪੱਧਰ ਤੇ ਬਣੀ ਆ ਉਹ ਕਿਹੜੀ ਆ ਭਲਾ? ਇੰਟਰਨੈਸ਼ਨਲ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ 1922 'ਚ ਬਣਦੀ ਆ। ਹੈੱਡਕੁਆਟਰ ਕੀ ਸੀਗਾ? ਹੈੱਡਕੁਆਟਰ ਕਿਹੜਾ ਆਪਣੇ ਕੋਲ, ਇਹਦੀ ਹੈੱਡ ਆਫਿਸ ਹੇਗ ਦਾ ਨੀਦਰਲੈਂਡ 'ਚ। ਕਿਸ ਕਿਹੜੀ ਮੀਟਿੰਗ 'ਚ ਬਣੀ ਆ? ਇੰਟਰਨੈਸ਼ਨਲ ਪੀਸ ਕਾਨਫਰੰਸ ਦੇ ਵਿੱਚ, ਜਿੱਥੇ ਇੱਕ ਸੰਧੀ ਹੋਈ ਆ। ਸੰਧੀ ਦਾ ਨਾਮ ਕੀ ਆ? ਕਨਵੈਨਸ਼ਨ ਫॉर ਪੈਸੀਫਿਕ ਸੈਟਲਮੈਂਟ ਆਫ ਇੰਟਰਨੈਸ਼ਨਲ ਡਿਸਪਿਊਟ। 1902 ਠੀਕ ਆ ਜੀ। 1902 'ਚ ਇਹ ਸੰਸਥਾ ਬਣਦੀ ਆ। ਕਿਸੇ ਨੂੰ ਕੋਈ ਡਾਊਟ? ਕਲੀਅਰ ਆ ਗੱਲ? ਇੱਥੋਂ ਇੱਕ ਗੱਲ ਸਮਝ ਆ ਗਈ ਕਿ ਜੇ ਮੈਂ UN ਪੜ੍ਹਾ ਰਿਹਾ, ਯੂਨਾਈਟਿਡ ਨੇਸ਼ਨਸ ਪੜ੍ਹਾ ਰਿਹਾ, ਸੰਯੁਕਤ ਰਾਸ਼ਟਰ ਪੜ੍ਹਾ ਰਿਹਾ, ਤਾਂ ਸੰਯੁਕਤ ਰਾਸ਼ਟਰ ਦੇ ਬਣਨ ਦਾ ਮੁੱਢ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਦੇ ਬਣਨ ਨਾਲ ਵੱਜ ਗਿਆ ਸੀਗਾ। ਹੁਣ ਇਸ ਤੋਂ ਬਾਅਦ ਕੀ ਹੋਇਆ? ਇਸ ਤੋਂ ਬਾਅਦ ਅਸਲ 'ਚ ਇਹ ਕਹਾਣੀ ਬਣ ਗਈ ਕਿ ਜੇ ਇਹ ਸੰਸਥਾ ਬਣੀ ਆ, ਲੋਕਾਂ ਦੇ ਝਗੜੇ ਨਿਬੜ ਵੀ ਰਹੇ ਆ, ਫਿਰ 1914 'ਚ ਗੋਲੀ ਚੱਲ ਕਿਉਂ ਗਈ? ਜੇ 1914 'ਚ ਗੋਲੀ ਚੱਲ ਵੀ ਗਈ, ਰਾਜਾ ਮਰ ਵੀ ਗਿਆ, ਤਾਂ ਫਿਰ ਉਹ ਲੜਾਈ ਦੋ ਦੇਸ਼ਾਂ ਤੋਂ ਇੰਨੇ ਦੇਸ਼ਾਂ 'ਚ ਕਿਵੇਂ ਹੋ ਗਈ? ਇਟ ਮੀਨਸ ਇਸ ਅਦਾਲਤ ਨੇ ਜੋ ਅੰਤਰਰਾਸ਼ਟਰੀ ਪੱਧਰ ਤੇ ਝਗੜੇ ਸੀਗੇ, ਯਾਰ ਝਗੜਾ ਤੇ ਇੱਕ ਪਾਸੇ ਆਸਟਰੀਆ ਹੰਗਰੀ ਆ ਤੇ ਇੱਕ ਪਾਸੇ ਸਰਬੀਆ ਹੈ। ਚਲੋ ਠੀਕ ਆ, ਦੋ ਦੇਸ਼ਾਂ ਦੇ ਵਿੱਚ ਰਾਜੇ ਦੇ ਮਰਨ ਕਰਕੇ ਲੜਾਈ ਪੈ ਗਈ। ਜੇ ਇਸ ਸੰਸਥਾ ਨੇ ਝਗੜੇ ਨਿਬੇੜੇ ਹੁੰਦੇ ਤਾਂ ਬਾਕੀ ਦੇਸ਼ ਲੜਾਈਆਂ 'ਚ ਕਿਉਂ ਆਉਂਦੇ? ਇਟ ਮੀਨਸ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਫੇਲ ਹੋ ਗਈ, ਜਿਸ ਕਰਕੇ ਇੱਕ ਲੜਾਈ ਦੁਨੀਆ ਨੇ ਦੇਖੀ ਜਿਹਨੂੰ ਦੁਨੀਆ ਕਹਿੰਦੀ ਹੈ ਵਰਲਡ ਵਾਰ 1। 1914 ਤੋਂ ਲੈ ਕੇ 1918 ਤੱਕ ਬੜੀ ਜ਼ਬਰਦਸਤ ਲੜਾਈ ਚੱਲੀ ਆ। ਵਰਲਡ ਹਿਸਟਰੀ 'ਚ ਮੈਂ ਇਹਨੂੰ ਇੰਨੀ ਡਿਟੇਲ 'ਚ ਕਵਰ ਕਰਦਾ ਜਾਂ ਮੈਂ ਡਿਟੇਲ 'ਚ ਕਵਰ ਕਰੂੰਗਾ ਕਿ ਤੁਹਾਨੂੰ ਇਹ ਸਮਝ ਆ ਜਾਊਗਾ ਕਿ ਵਰਲਡ ਵਾਰ 1 ਹੈ ਕੀ ਆ, ਅਸਲ ਦੇ ਵਿੱਚ ਪਹਿਲੀ ਵਿਸ਼ਵ ਜੰਗ ਹੈ ਕੀ ਆ। ਖੈਰ, ਉਸ ਲੜਾਈ ਦਾ ਭਾਰਤ ਨਾਲ ਵੀ ਸਿੱਧਾ ਸੰਬੰਧ ਆ। ਜੇ ਤੁਸੀਂ ਦਲਜੀਤ ਦੀ ਮੂਵੀ ਦੇਖੀ ਹੋਵੇ ਇੱਕ, ਜਿਹਦੇ 'ਚ ਕਿ ਉਹ ਸੱਜਣ ਸਿੰਘ ਰੰਗਰੂਟ, ਉਹਦੇ 'ਚੋਂ ਅੰਗਰੇਜ਼ਾਂ ਵੱਲੋਂ ਜਿਹੜੀ ਲੜਾਈ ਲੜਨ ਜਾ ਰਿਹਾ ਉਹ ਕਿਹੜੀ ਲੜਾਈ ਹੈ ਭਲਾ? ਵਰਲਡ ਵਾਰ 1। ਉਹਦੇ 'ਚ ਇੰਗਲੈਂਡ ਦੇ ਲੜਾਈ ਜਰਮਨ ਦੇ ਨਾਲ ਹੋ ਰਹੀ ਆ, ਕਿਉਂਕਿ ਇੰਗਲੈਂਡ ਇੱਕ ਪਾਸੇ ਸੀ, ਜਰਮਨ ਇੱਕ ਪਾਸੇ ਸੀ। ਸੋ ਕਹਾਣੀ ਵੀ ਕਲੀਅਰ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਉਲਝ ਜਾਓ, ਠੀਕ ਆ। ਸੋ ਉਹਦੇ 'ਚ ਕਿਹੜੀਆਂ ਕਿਹੜੀਆਂ ਦੋ ਪ੍ਰਕਾਰ ਦੀਆਂ ਸ਼ਕਤੀਆਂ ਸੀ, ਕਿਹੜੇ ਕਿਹੜੇ ਦੇਸ਼ ਕਿੱਧਰ ਸੀ, ਕਿਹਦੀ ਕਿਹਦੇ ਨਾਲ ਧੜੇਬੰਦੀ ਸੀ, ਇਹ ਤਾਂ ਦੇਖੋ ਜਦੋਂ ਤੁਸੀਂ ਵਰਲਡ ਹਿਸਟਰੀ ਪੜ੍ਹਦੇ ਹੋ ਉਦੋਂ ਹੀ ਕਲੀਅਰ ਹੁੰਦਾ ਹੈ। ਫਿਲਹਾਲ ਇੱਥੇ ਮੇਰਾ ਕੋਈ ਇੰਟਰਸਟ ਵੀ ਹੈ ਨਹੀਂ ਇਹ ਦੱਸਣ ਦਾ। ਜਦੋਂ ਲੜਾਈ ਖਤਮ ਹੋਈ ਤਾਂ ਜਿਹੜੀ ਇੰਗਲੈਂਡ ਸਰਬੀਆ ਵਾਲੀ ਟੀਮ ਸੀ, ਰਸ਼ੀਆ ਵਾਲੀ ਟੀਮ ਸੀ, ਉਹ ਜਿੱਤ ਗਈ। ਉਹ ਅੱਡ ਗੱਲ ਆ ਕਿ ਰਸ਼ੀਆ ਨੂੰ ਚੱਲਦੀ ਲੜਾਈ 'ਚੋਂ 1917 'ਚ ਵਾਪਸ ਜਾਣਾ ਪੈ ਗਿਆ। ਕਿਉਂ? ਇਹ ਵੀ ਵਰਲਡ ਹਿਸਟਰੀ ਦਾ ਹੀ ਪਾਰਟ ਆ, ਕਿਉਂਕਿ ਰਸ਼ੀਆ 'ਚ ਇੱਕ ਰੈਵੋਲੂਸ਼ਨ ਹੋ ਗਈ ਸੀ, ਰਸ਼ੀਅਨ ਰੈਵੋਲੂਸ਼ਨ। ਇਟ ਮੀਨਸ ਰਸ਼ੀਆ ਅੱਧ 'ਚੋਂ ਕਿਉਂ ਗਿਆ ਉਹ ਵੱਖਰਾ ਕਾਰਨ ਆ। ਇਸ ਲੜਾਈ 'ਚ US, ਰਸ਼ੀਆ, UK ਵਾਲਾ ਧੜਾ ਜਿੱਤ ਗਿਆ। ਜਰਮਨ, ਆਸਟਰੀਆ, ਹੰਗਰੀ, ਟਰਕੀ ਇਹ ਧੜਾ ਹਾਰ ਗਿਆ। ਸਾਰੇ ਦੇਸ਼ ਜਿਹੜੇ ਹਾਰੇ ਉਹਨਾਂ ਨੂੰ ਇਹ ਕਹਿ ਲਓ ਪੰਜਾਬੀ 'ਚ ਕਿ ਲਾਈਨ 'ਚ ਲਾ ਲਿਆ ਗਿਆ ਤੇ ਕੱਲੇ ਕੱਲੇ ਦੇਸ਼ ਨਾਲ ਵੱਖਰੀ ਵੱਖਰੀ ਸੰਧੀ ਕੀਤੀ ਗਈ। ਜਿਵੇਂ ਜਰਮਨ ਦੇ ਨਾਲ ਜਿਹੜੀ ਸੰਧੀ ਹੋਈ, ਟ੍ਰੀਟੀ ਹੋਈ ਜਿੱਤੇ ਹੋਏ ਦੇਸ਼ਾਂ ਦੀ, ਉਹਨੂੰ ਫਰਾਂਸ ਦੇ ਸ਼ਹਿਰ ਵਰਸਾਲੇ 'ਚ ਬਹਿ ਕੇ ਕੀਤਾ ਗਿਆ। ਐਡਾ ਬੇਇੱਜ਼ਤ ਕੀਤਾ ਜਰਮਨ ਨੂੰ ਕਿ ਤੂੰ ਆਪਣੀ ਸੈਨਾ ਨੂੰ ਇੰਨੇ ਪ੍ਰਤੀਸ਼ਤ ਘਟਾ ਲਏਗਾ, ਤੂੰ ਇੰਨੇ ਪੈਸੇ ਸਾਨੂੰ ਦੇਏਗਾ, ਅੱਜ ਤੋਂ ਬਾਅਦ ਤੇਰੇ ਸੈਨਾਪਤੀ ਨਹੀਂ ਰਹਿਣਗੇ, ਅੱਜ ਤੋਂ ਬਾਅਦ ਤੇਰੀਆਂ ਸਾਰੀਆਂ ਕਿਸ਼ਤੀਆਂ ਖਤਮ, ਤੇਰੀ ਸਾਰੇ ਹਥਿਆਰ ਖਤਮ, ਐਵੇਂ ਦੀਆਂ ਸੰਧੀਆਂ ਗੱਲਾਂ ਬਾਤਾਂ। ਇਸ ਟ੍ਰੀਟੀ ਨੂੰ ਕਿਹਾ ਗਿਆ ਟ੍ਰੀਟੀ ਆਫ ਵਰਸਾਲੇ। ਇਹ ਕਿਹਦੇ ਨਾਲ ਹੋਈ ਆ?
ਜਰਮਨ ਨਾਲ, ਜਿੱਤੇ ਹੋਏ ਦੇਸ਼ਾਂ ਨੇ ਵੱਖਰੇ ਵੱਖਰੇ ਦੇਸ਼ ਨਾਲ ਵੱਖਰੀ ਵੱਖਰੀ ਸੰਧੀ ਕੀਤੀ। ਤੁਸੀਂ ਕਹੋਗੇ ਸਰ ਬਾਕੀ ਸੰਧੀਆਂ ਦਾ ਨਾਮ ਕਿਉਂ ਨਹੀਂ ਦੱਸ ਰਹੇ, ਇੰਪੋਰਟੈਂਟ ਨਹੀਂ ਹੈਗਾ, ਵਰਲਡ ਹਿਸਟਰੀ 'ਚ ਇੰਪੋਰਟੈਂਟ ਹੈ, ਇੱਥੇ ਨਹੀਂ। ਵਰਸਾਲੇ ਦੀ ਸੰਧੀ ਨਾਲ ਇੱਕ ਦੇਸ਼ ਨੂੰ ਸਭ ਤੋਂ ਵੱਧ ਜਲੀਲ ਕੀਤਾ ਗਿਆ ਇਸ ਲੜਾਈ 'ਚ, ਜਿਹੜਾ ਸਭ ਤੋਂ ਤਾਕਤਵਰ ਦੇਸ਼ ਸੀ, ਕਿਹੜਾ ਭਲਾ? ਜਰਮਨ ਨੂੰ ਇਸ ਸੰਧੀ 'ਚ ਹਿਊਮੀਲੇਟ ਕੀਤਾ ਗਿਆ। ਪਲੱਸ ਇਹ ਜਿਹੜੀ ਵਰਸਾਲੇ ਦੀ ਸੰਧੀ ਸੀ ਨਾ, ਇਹ ਇਸ ਲੜਾਈ 'ਚ ਹੋਈਆਂ 6-7 ਟਰੀਟੀਜ਼ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਟਰੀਟੀ ਜਾਣੀ ਕਿ ਸੰਧੀ ਸੀ। ਇਸ ਸੰਧੀ ਨਾਲ ਇੱਕ ਸੰਗਠਨ ਬਣਾਇਆ ਗਿਆ ਜਿਹੜਾ ਅੱਜ ਤੋਂ ਬਾਅਦ ਲੜਾਈਆਂ ਦੀ ਰੋਕਥਾਮ ਵਾਸਤੇ ਕੰਮ ਕਰੂਗਾ। ਨਾਮ ਰੱਖਿਆ ਗਿਆ ਲੀਗ ਆਫ ਨੇਸ਼ਨਸ। ਕੀ ਨਾਮ ਰੱਖਿਆ ਗਿਆ? ਲੀਗ ਆਫ ਨੇਸ਼ਨਸ। ਸੋ ਜੇ ਕੋਈ ਮੈਨੂੰ ਪੁੱਛੇ ਕਿ ਲੀਗ ਆਫ ਨੇਸ਼ਨਸ ਜਿਹੜੀ ਸੰਸਥਾ ਸੀ ਉਹ ਕਿਹੜੇ ਸਾਲ ਬਣੀ ਆ, ਜਿਹੜੇ ਸਾਲ ਫਸਟ ਵਰਲਡ ਵਾਰ ਖਤਮ ਹੋਈ ਆ, 1918 'ਚ ਲੜਾਈ ਖਤਮ ਹੋਈ ਆ ਤੇ 1919 ਦੇ ਵਿੱਚ ਇਹ ਸੰਸਥਾ ਬਣੀ ਆ। ਲੀਗ ਆਫ ਨੇਸ਼ਨਸ ਕਿਉਂ ਬਣਾਈ? ਕਿ ਅੱਜ ਤੋਂ ਬਾਅਦ ਕੋਈ ਦੁਨੀਆ 'ਚ ਦੂਜੀ ਵਿਸ਼ਵ ਲੜਾਈ ਨਾ ਹੋਵੇ, ਦੂਜੀ ਵਿਸ਼ਵ ਜੰਗ ਨਾ ਹੋਵੇ, ਜਿਹੜੀ ਪਹਿਲੀ ਹੋ ਗਈ। ਅੱਜ ਤੋਂ ਬਾਅਦ ਇਹੀ ਸੰਸਥਾ ਹੈ ਜਿਹੜੀ ਲੋਕਾਂ ਦੇ ਲੜਾਈਆਂ ਖਤਮ ਕਰਾਇਆ ਕਰੂਗੀ ਤਾਂ ਕਿ ਐਡੀ ਵੱਡੀ ਲੜਾਈ ਨਾ ਹੋਵੇ। ਕਿਹੜੀ ਟਰੀਟੀ ਨਾਲ ਬਣੀ ਆ? ਟਰੀਟੀ ਆਫ ਵਰਸੈਲੇਜ਼ ਨਾਲ। ਕਿਉਂ ਬਣੀਆਂ? ਤਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਸਾਂਝ ਨੂੰ ਪ੍ਰਮੋਟ ਕੀਤਾ ਜਾ ਸਕੇ ਤੇ ਅੰਤਰਰਾਸ਼ਟਰੀ ਪੱਧਰ ਤੇ ਸ਼ਾਂਤੀ, ਸਥਿਰਤਾ ਤੇ ਸੇਫਟੀ, ਸਿਕਿਉਰਿਟੀ ਲਿਆਂਦੀ ਜਾ ਸਕੇ। ਠੀਕ ਆ, ਸੋ ਇਹ ਇਸ ਦਾ ਮਕਸਦ ਸੀਗਾ। ਇਸੇ ਸੰਧੀ ਨਾਲ ਦੁਨੀਆ ਦੇ ਮਜ਼ਦੂਰਾਂ ਤੇ ਗਰੀਬਾਂ ਦੀ ਸੰਸਥਾ ਬਣੀ, ਨਾਮ ਸੀ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਠੀਕ ਆ, ਅੰਤਰਰਾਸ਼ਟਰੀ ਲੇਬਰ ਸੰਗਠਨ ਜਿਹੜਾ ਸੀਗਾ, ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਜਿਹਨੂੰ ਆਪਾਂ ਕਹਿ ਦਿੰਦੇ ਆ, ਇੰਗਲਿਸ਼ 'ਚ ਕਹਿ ਦਿੰਦੇ ਆ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਮਜ਼ਦੂਰਾਂ ਦੀ ਆਵਾਜ਼ ਵਾਸਤੇ ਇੱਕ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ 'ਚ ਇਸ ਸੰਸਥਾ ਦਾ ਨਿਰਮਾਣ ਹੋਇਆ। ਤੁਹਾਡੇ 'ਚੋਂ ਕਈਆਂ ਦੇ ਦਿਮਾਗ 'ਚ ਆਊਗੀ ਸਰ ਲੀਗ ਆਫ ਨੇਸ਼ਨਸ ਦਾ ਹੈੱਡਕੁਆਟਰ ਕਿੱਥੇ ਸੀ? ਉਹ ਵੀ ਜਨੇਵਾ 'ਚ ਹੀ ਸੀ। ਸਵਿਟਜ਼ਰਲੈਂਡ ਦੇ ਵਿੱਚ ਇੱਕ ਸੰਸਥਾ ਬਣਾਈ ਗਈ ਲੜਾਈਆਂ ਤੇ ਠੱਲ ਪਾਉਣ ਵਾਸਤੇ, ਲੀਗ ਆਫ ਨੇਸ਼ਨਸ, ਤੇ ਮਜ਼ਦੂਰਾਂ ਦੇ ਹਿੱਤ ਉਠਾਉਣ ਵਾਸਤੇ ਕਿਹੜੀ? ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਤੇ ਦੋਵਾਂ ਦਾ ਸਬੰਧ ਕਿਹੜੇ ਸਾਲ ਨਾਲ ਆ? 1919 ਨਾਲ। ਇਹ ਦੋਵੇਂ ਸੰਸਥਾਨ ਕਿਹੜੀ ਸੰਧੀ ਨਾਲ ਬਣੇ ਸੀ? ਟਰੀਟੀ ਆਫ ਵਰਸੈਲੇਜ਼। ਵੈਸੇ ਟਰੀਟੀ ਆਫ ਵਰਸੈਲੇਜ਼ ਦੇ ਵਿੱਚ ਇੱਕ ਦੇਸ਼ ਨੂੰ ਬਹੁਤ ਬੇਇੱਜ਼ਤ ਵੀ ਕੀਤਾ ਗਿਆ ਸੀ, ਉਹ ਕਿਹੜਾ ਦੇਸ਼ ਸੀ? ਜਰਮਨ। ਸੋ ਇਹ ਵਰਸਾਲੇ 'ਚ ਬੈਠ ਕੇ 2-3 ਗੱਲਾਂ ਹੋਈਆਂ ਸੀ। ਜਰਮਨ ਨੂੰ ਕਹਿਤਾ ਤੂੰ ਆਹ ਨਹੀਂ ਕਰਨਾ, ਤੂੰ ਆਹ ਨਹੀਂ ਕਰਨਾ, ਤੂੰ ਐਵੇਂ ਰਹਿਣਾ, ਤੂੰ ਆਹ ਖਾਣਾ, ਤੂੰ ਆਹ ਪੀਣਾ। ਨਾਲ ਹੀ ਉੱਥੇ 2 ਸੰਗਠਨ ਵੀ ਬਣਾਏ ਗਏ। ਕਿਹੜੇ ਭਲਾ? ਇੱਕ ILO ਤੇ ਇੱਕ ਕਿਹੜਾ? ਲੀਗ ਆਫ ਨੇਸ਼ਨਸ। ਆਹ ਗੱਲ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ। ਲਓ ਜੀ, ਤੁਹਾਡੇ 'ਚੋਂ ਕਈਆਂ ਨੂੰ ਪਤਾ ਹੋਊਗਾ ਕਿ ਸਤੰਬਰ 1939 ਤੋਂ ਲੈ ਕੇ ਸਤੰਬਰ 1945 ਤੱਕ ਕਿਹੜੀ ਲੜਾਈ ਹੋਈ ਹੈ? ਦੱਸ ਸਕਦੇ ਕੋਈ? ਸੈਕੰਡ ਵਰਲਡ ਵਾਰ। ਸੁਣਿਆ ਕਿਸੇ ਨੇ? ਦੂਜੀ ਵਿਸ਼ਵ ਜੰਗ। ਮੈਨੂੰ ਨਹੀਂ ਪਤਾ ਕਿ ਪਹਿਲੀ ਵਿਸ਼ਵ ਜੰਗ ਤੋਂ ਬਾਅਦ 20 ਸਾਲ ਬਾਅਦ ਦੂਜੀ ਵਿਸ਼ਵ ਜੰਗ ਕਿਉਂ ਹੋ ਗਈ, ਕਿਉਂਕਿ ਮੈਂ ਕਿਹੜਾ ਤੁਹਾਨੂੰ ਵਰਲਡ ਵਾਰ ਪੜ੍ਹਾਇਆ ਹਜੇ। ਪਰ ਤੁਸੀਂ ਇੱਕ ਗੱਲ ਦੱਸੋ, ਜੇ ਦੂਜੀ ਵਿਸ਼ਵ ਜੰਗ ਹੋ ਗਈ ਤਾਂ ਕਿਹੜੀ ਸੰਸਥਾ ਫੇਲ ਹੋਈ ਹੋਊਗੀ ਭਲਾ? ਲੀਗ ਆਫ ਨੇਸ਼ਨਸ। ਬਈ ਉਹ ਫੇਲ ਆ। ਸ਼ਾਇਦ ਲੀਗ ਆਫ ਨੇਸ਼ਨਸ ਕਿਵੇਂ ਫੇਲ ਹੋ ਗਈ ਇਹ ਥੋੜਾ ਮੇਰਾ ਪੜ੍ਹਾਉਣ ਦਾ ਫਰਜ਼ ਆ, ਕਿਉਂਕਿ ਮੈਂ ਕਿਹੜਾ ਟੌਪਿਕ ਲੀਗ ਆਫ ਨੇਸ਼ਨਸ ਪੜ੍ਹਾ ਰਿਹਾ ਨਾ, ਮੈਂ ਪੜ੍ਹਾ ਰਿਹਾ ਵਰਲਡ ਵਾਰ 1। ਵੈਸੇ ਜਦੋਂ ਮੈਂ ਵਰਲਡ ਹਿਸਟਰੀ ਪੜ੍ਹਾਉਣਾ ਫਿਰ ਮੈਂ ਪਤਾ ਕੀ ਪੜ੍ਹਾਉਣਾ ਹੁੰਦਾ? ਵਰਲਡ ਵਾਰ 1, ਵਰਲਡ ਬਿਟਵੀਨ 2 ਵਾਰਸ, 2 ਲੜਾਈਆਂ ਦੇ ਵਿੱਚ ਦਾ ਵਿਸ਼ਵ, ਤੇ ਸੈਕੰਡ ਵਰਲਡ ਵਾਰ। ਫਿਰ ਆਪੇ ਪਤਾ ਲੱਗ ਜਾਂਦਾ ਕਿ ਲੀਗ ਆਫ ਨੇਸ਼ਨਸ ਫੇਲ ਕਿਉਂ ਹੋਈ ਆ, ਆਖਰ ਕਿਹੜੇ ਸਮਝੌਤੇ ਉਹ ਨਹੀਂ ਕਰਵਾ ਸਕੀ ਜਿਹਦੇ ਕਰਕੇ ਦੂਜੀ ਵਰਲਡ ਵਾਰ ਹੋ ਗਈ। ਦੂਜੀ ਵਰਲਡ ਵਾਰ ਦੇ ਵਿੱਚ ਹੋਇਆ ਕਿ ਜਿਹੜੇ ਦੇਸ਼ਾਂ ਨੂੰ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਹਿਊਮੀਲੇਟ ਕੀਤਾ ਗਿਆ, ਉਹਨਾਂ ਦੇਸ਼ਾਂ 'ਚ ਤਾਨਾਸ਼ਾਹ ਪੈਦਾ ਹੋਏ। ਜਾਪਾਨ ਦੇ ਵਿੱਚ ਪੈਦਾ ਹੋਇਆ ਹੀਰੋਹੀਤੋ, ਇਟਲੀ 'ਚ ਪੈਦਾ ਹੋਇਆ ਮੂਸੋਲੀਨੀ, ਤੇ ਜਰਮਨ 'ਚ ਪੈਦਾ ਹੋਇਆ ਹਿਟਲਰ। ਇਹ 3 ਡਿਕਟੇਟਰ ਪੈਦਾਇਸ਼ ਸੀ ਪਹਿਲੇ ਵਿਸ਼ਵ ਯੁੱਧ 'ਚ ਹੋਈ ਬੇਇੱਜ਼ਤੀ ਦੀ। ਉਹਨਾਂ ਨੇ ਐਸਾ ਆਪੋ ਆਪਣੇ ਦੇਸ਼ਾਂ 'ਚ ਗਾਹ ਪਾਇਆ ਤੇ ਪੂਰੀ ਦੁਨੀਆ ਦੀ ਮੱਤ ਮਾਰੀ ਕਿ ਦੁਨੀਆ ਸਾਰੀ, ਵੈਸੇ ਤਾਂ ਸਾਰੀ ਦੁਨੀਆ ਹੀ ਗੰਦੀ ਸੀ, ਸਪੈਸ਼ਲੀ ਯੂਰਪ, ਫਰਾਂਸ, ਇੰਗਲੈਂਡ ਵਰਗੇ ਦੇਸ਼। ਦੁਨੀਆ 'ਚ ਇਹ ਤੋਂ ਵੱਧ ਨਿਰਦਈ ਕੀ ਹੋ ਸਕਦਾ? ਭਾਰਤ ਦੇ ਲੋਕਾਂ ਦੀ ਕੀ ਹਾਲਤ ਕੀਤੀ ਹੈ US ਨੇ, UK ਵਾਲਿਆਂ ਨੇ, ਤੇ ਫਰਾਂਸ ਨੇ ਜਿਹੜੇ ਦੇਸ਼ਾਂ 'ਤੇ ਕਬਜ਼ਾ ਕੀਤਾ ਉਹਨਾਂ ਦਾ ਕਿੰਨਾ ਮਾੜਾ ਹਾਲ ਕੀਤਾ। ਬੈਲਜੀਅਮ ਨੇ ਅਫਰੀਕਾ ਦੇ ਜਿਹੜੇ ਦੇਸ਼ਾਂ 'ਤੇ ਕਬਜ਼ਾ ਕੀਤਾ ਕਿੰਨਾ ਮਾੜਾ ਕੀਤਾ ਉਹਨਾਂ ਨਾਲ। ਪਰ ਇਹ ਦੇਸ਼ ਵੀ ਚੰਗੇ ਲੱਗਣ ਲੱਗ ਪਏ ਲੋਕਾਂ ਨੂੰ ਜਦੋਂ ਮਾੜੇ ਤੋਂ ਵੀ ਮਾੜਾ ਕੋਈ ਪੈਦਾ ਹੋ ਜੇ। ਹਿਟਲਰ ਹੁਣੀ ਇੰਨੇ ਨਿਰਦਈ ਸੀਗੇ, ਮੂਸੋਲੀਨੀ ਹੁਣੀ, ਹੀਰੋਹੀਤੋ ਹੁਣੀ। ਹੀਰੋਹੀਤੋ ਜਾਪਾਨ ਦਾ ਰਾਜਾ ਸੀਗਾ। ਜਦੋਂ ਉਹਨਾਂ ਨੇ ਚਾਈਨਾ ਨੂੰ ਹਰਾਇਆ ਨਾ, ਤੇ ਚਾਈਨਾ ਨੂੰ ਵੈਸੇ ਬੜਾ ਅਜੀਬ ਜਿਹਾ ਲੱਗਦਾ ਕਿ ਐਡਾ ਕੁ ਜਾਪਾਨ ਐਡੇ ਚਾਈਨਾ ਨੂੰ ਹਰਾ ਗਿਆ ਤਾਂ ਹਰਾ ਗਿਆ। ਕਹਿੰਦੇ ਉੱਥੋਂ ਦੇ ਰਾਜੇ ਨੇ ਆਰਡਰ ਦਿੱਤੇ ਸੀ, ਉੱਥੋਂ ਦਾ PM ਹੁੰਦਾ ਸੀ ਟੋਜੋ, ਉਹਨੇ ਆਰਡਰ ਦਿੱਤੇ ਸੀ ਹੀਰੋਹੀਤੋ ਦੇ ਕਹਿਣ 'ਤੇ ਕਿ ਇੱਥੇ ਵੱਧ ਤੋਂ ਵੱਧ ਰੇਪ ਕਰੋ ਤੇ ਵੱਧ ਤੋਂ ਵੱਧ ਇੱਥੇ ਬੱਚੇ ਜਿਹੜੇ ਆ ਉਹ ਸਾਡੀ ਬਰੀਡ ਦੇ ਪੈਦਾ ਹੋਣੇ ਚਾਹੀਦੇ ਆ।
ਇਹ ਤੋਂ ਵੱਧ ਨਿਰਦਈ ਰਾਜਾ ਕੀ ਹੋਊਗਾ। ਸੋ ਜਰਮਨ, ਜਾਪਾਨ, ਇਟਲੀ ਵਰਗੇ ਰਾਜੇ ਇੰਨੇ ਨਿਰਦਈ ਸੀ ਕਿ ਸਾਨੂੰ UK, ਫਰਾਂਸ, ਬੈਲਜੀਅਮ ਵਰਗੇ ਦੇਸ਼ ਚੰਗੇ ਲੱਗਣ ਲੱਗ ਪਏ। ਖੈਰ ਇਹਨਾਂ ਸਾਰੇ ਦੇਸ਼ਾਂ ਨੇ ਫਿਰ ਸੰਗਠਨ ਬਣਾਇਆ ਤੇ ਦੂਜਾ ਵਰਲਡ ਵਾਰ ਲੜੀ ਇਹਨਾਂ ਦੇਸ਼ਾਂ ਦੇ ਖਿਲਾਫ। ਦੂਜਾ ਵਿਸ਼ਵ ਯੁੱਧ ਜਿਹੜੇ ਦੇਸ਼ਾਂ ਦੇ ਖਿਲਾਫ ਲੜਿਆ ਗਿਆ, ਜਾਪਾਨ, ਜਰਮਨ ਤੇ ਇਟਲੀ। ਤੇ ਲੜਨ ਵਾਲੇ ਦੇਸ਼ ਕਿਹੜੇ ਸੀਗੇ? ਲੜਨ ਵਾਲੇ ਦੇਸ਼ UK, USSR ਜਿਹੜਾ ਰਸ਼ੀਆ ਸੀਗਾ, UK, USSR, ਫਰਾਂਸ ਤੇ ਇੱਕ USA ਜਿਹੜਾ ਚੱਲਦੀ ਲੜਾਈ 'ਚ ਬਾਅਦ 'ਚ ਆਇਆ ਸੀ। ਕਿਉਂ? ਮੈਂ ਵਰਲਡ ਵਾਰ 2 ਪੜਾਊਂਗਾ, ਫਿਰ ਦੱਸੂਗਾ ਕਿ USA ਬਾਅਦ 'ਚ ਕਿਉਂ ਆਇਆ। ਪਰ ਆ 4 ਦੇਸ਼ UK, USSR, A ਤੇ A, ਇਹਨਾਂ ਨੂੰ ਕਹਿੰਦੇ ਸੀ ਮਿੱਤਰ ਦੇਸ਼। ਇਹਨਾਂ ਨੇ ਆਪਣਾ ਨਾਮ ਰੱਖਿਆ ਸੀ ਅਲਾਈਡ ਪਾਵਰਸ, ALLIED, ਮਿੱਤਰ ਦੇਸ਼। ਇਹਨਾਂ ਨੇ ਆਪਣਾ ਪਾਵਰ ਭਰਿਆ ਸੀ ਐਕਸਿਸ ਪਾਵਰ, ਠੀਕ ਆ ਨਾ, ਮਤਲਬ ਕਿ ਇਹ ਧਰੂਵੀ ਸ਼ਕਤੀਆਂ ਸੀਗੀਆਂ। ਇਹਨਾਂ ਦਾ ਆਪਣਾ ਇੱਕ ਐਕਸਿਸ ਸੀਗਾ, ਇੱਕ ਧੁਰਾ ਸੀਗਾ। ਸੋ ਐਕਸਿਸ ਪਾਵਰ ਵਰਸਿਸ ਅਲਾਈਡ ਪਾਵਰ, ਇੱਕ ਲੜਾਈ ਛਿੜੀ। ਇਸ ਲੜਾਈ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਐਕਸਿਸ ਵਾਲਿਆਂ ਨੇ ਅਲਾਈਡ ਵਾਲਿਆਂ ਦੀ ਪਿੱਠ ਲਵਾਈ ਦਿੱਤੀ ਸੀ ਕਿ ਚੱਲਦੀ ਲੜਾਈ 'ਚ ਕੁਛ ਅਜਿਹਾ ਹੋਇਆ ਕਿ ਵਕਤ ਬਦਲ ਗਿਆ ਤੇ ਗੇਮ ਪਲਟ ਗਈ। ਤੇ 1941 ਦੇ ਅੱਧ ਤੋਂ ਬਾਅਦ, 39 'ਚ ਲੜਾਈ ਸ਼ੁਰੂ ਹੋਈ ਆ, 41 ਦੇ ਅੱਧ ਤੋਂ ਬਾਅਦ ਅਲਾਈਡ ਪਾਵਰਸ ਦਾ ਪਲਟਾ ਵੱਜ ਗਿਆ ਤੇ ਇਹ ਜਿੱਤਣ ਵਨ ਸ਼ੁਰੂ ਹੋ ਗਏ ਤੇ 45 ਤੱਕ ਜਾਂਦੇ ਜਾਂਦੇ ਸੈਕਿੰਡ ਵਰਲਡ ਵਾਰ ਖਤਮ ਹੋ ਗਈ। ਸੋ ਜਦੋਂ ਸੈਕਿੰਡ ਵਰਲਡ ਵਾਰ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ 1941 ਦੇ ਅੱਧ ਤੋਂ ਬਾਅਦ ਕਿ ਹੁਣ ਸਾਡਾ ਪਾਲਾ ਮਜ਼ਬੂਤ ਹੋ ਗਿਆ ਹੈ, ਫਿਰ ਇਹਨਾਂ ਨੇ ਇੱਕ ਕੰਮ ਕਰਨਾ ਸ਼ੁਰੂ ਕਰਤਾ ਕਿ ਆਪਾਂ ਹੁਣ ਨਾ ਸਾਰੇ ਮਿਲ ਕੇ, ਚਾਰੇ ਮਿਲ ਕੇ ਇੱਕ ਅਜਿਹੇ ਸੰਗਠਨ ਦੀ ਨਿਰਮਾਣ ਕਰੀਏ ਜਿਹੜਾ ਦੁਨੀਆ 'ਚ ਅੱਜ ਤੋਂ ਬਾਅਦ ਤੀਜੀ ਵਰਲਡ ਵਾਰ ਨਾ ਹੋਣ ਦੇਵੇ। ਲੀਗ ਆਫ ਨੇਸ਼ਨਸ ਨੂੰ ਰਿਪਲੇਸ ਕਰਕੇ ਇੱਕ ਨਵਾਂ ਸ਼ਬਦ ਲੈ ਕੇ ਆਈਏ। ਮੀਟਿੰਗਾਂ ਸ਼ੁਰੂ ਹੋਈਆਂ। ਸ਼ੁਰੂ ਦੇ ਵਿੱਚ ਤਾਂ ਕਹਿੰਦੇ UK ਦੇ ਪ੍ਰਧਾਨ ਮੰਤਰੀ ਜਿਹੜੇ ਸੀਗੇ ਉਸ ਟਾਈਮ ਚਰਚਿਲ ਤੇ US ਦੇ ਪ੍ਰਧਾਨ ਮੰਤਰੀ ਰੋਜ਼ਵੈਲਟ, ਇਹਨਾਂ ਨੇ ਗੁਪਤ ਮੀਟਿੰਗਾਂ ਕੀਤੀਆਂ ਇਹ ਕੈਨੇਡਾ ਦੀ ਇੱਕ ਖਾੜੀ 'ਚ ਸਮੁੰਦਰੀ ਜਹਾਜ਼ 'ਤੇ। ਉਸ ਤੋਂ ਬਾਅਦ ਫਿਰ ਲਗਾਤਾਰ ਕਾਨਫਰੰਸਾਂ ਚੱਲੀਆਂ, 5-6 ਕਾਨਫਰੰਸਾਂ ਹੋਈਆਂ। ਫਿਰ ਜਾ ਕੇ ਉਹਨਾਂ ਕਾਨਫਰੰਸਾਂ ਦੇ ਦੌਰਾਨ ਹੀ US ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਰੋਜ਼ਵੈਲਟ ਨੇ ਇੱਕ ਸ਼ਬਦ ਕੋਇਨ ਕੀਤਾ ਸੀਗਾ, ਨਾਮ ਸੀ ਯੂਨਾਈਟਿਡ ਨੇਸ਼ਨਸ। ਇਹ ਸ਼ਬਦ ਕਿੰਨੇ ਕੋਇਨ ਕੀਤਾ? ਇਹ ਪੰਜਾਬ ਦੇ ਵਿੱਚ PPSC ਵਾਲੇ PCS 2018 'ਚ ਪੁੱਛ ਚੁੱਕੇ ਆ ਕਿ ਹੂ ਕੋਇਨਡ ਦੀ ਵਰਲਡ ਯੂਨਾਈਟਿਡ ਨੇਸ਼ਨਸ। ਸੋ ਮੈਂ ਦੱਸਣਾ ਚਾਹੁੰਦਾ ਇਹ ਜੋ ਮੈਂ ਬੋਲ ਰਿਹਾ ਨਾ, ਇਹ 'ਚੋਂ ਬਹੁਤ ਕੁਝ ਨਿਕਲਣਾ, ਸਭ ਕੁਝ ਇੱਥੇ ਲਿਖਿਆ ਵੀ ਹੋਇਆ ਹੈ। ਖੈਰ ਇੱਕ ਗੱਲ ਤਾਂ ਸਮਝ ਆ ਗਈ ਕਿ ਬਈ ਦੁਨੀਆ ਦੇ ਵਿੱਚ ਸੈਕਿੰਡ ਵਰਲਡ ਵਾਰ 1939 'ਚ ਹੋਈ ਤੇ ਸਮਝ ਆ ਗਿਆ ਕਿ ਕੰਮ ਖਰਾਬ ਹੋ ਗਿਆ। 1941 ਦੇ ਅਗਸਤ 'ਚ ਜਦੋਂ ਲੜਾਈ ਨੇ ਪਲਟਾ ਮਾਰਿਆ, ਪਹਿਲਾਂ ਤਾਂ ਐਕਸਿਸ ਪਾਵਰ ਜਿੱਤ ਰਹੀਆਂ ਸੀ। 1941 ਦੇ ਅਗਸਤ 'ਚ ਜਦੋਂ ਲੜਾਈਆਂ ਨੇ ਪਲਟਾ ਮਾਰਿਆ ਤੇ ਅਮਰੀਕਾ ਦਾ ਰਾਸ਼ਟਰਪਤੀ ਰੋਜ਼ਵੈਲਟ ਤੇ ਪ੍ਰਧਾਨ ਮੰਤਰੀ ਇੰਗਲੈਂਡ ਦਾ ਚਰਚਿਲ, ਇਹਨਾਂ ਨੇ ਇੱਕ ਸੀਕ੍ਰੇਟ ਮੀਟਿੰਗ ਕੀਤੀ ਪਲੈਸੈਂਟਾ ਬੇ, ਪਲੈਸੈਂਟਾ ਖਾੜੀ, ਜਿਹੜੀ ਕਿੱਥੇ ਆ? ਕੈਨੇਡਾ ਦੀ ਇੱਕ ਬੰਦਰਗਾਹ ਹੈ ਨਿਊ ਫਾਊਂਡਲੈਂਡ। ਜੋਗਰਾਫੀ 'ਚ ਬਹੁਤ ਇੰਪੋਰਟੈਂਟ ਜਗ੍ਹਾ ਹੈ, ਠੀਕ ਆ, ਬਿਕੋਜ਼ ਇੱਥੇ ਕੋਲਡ ਕਰੰਟ ਤੇ ਵਾਰਮ ਕਰੰਟ ਮਿਲਦੇ ਆ ਕੇ। ਇਹ ਕੀ ਹੁੰਦੇ ਆ? ਜਦੋਂ ਮੈਂ ਜੋਗਰਾਫੀ ਪੜ੍ਹਾਊਂਗਾ ਉਦੋਂ ਦੱਸੂਗਾ। ਬੜਾ ਟੈਕਨੀਕਲ ਜੀ ਟਰਮ ਆ। ਨਿਊ ਫਾਊਂਡਲੈਂਡ ਫਿਸ਼ਿੰਗ ਗਰਾਊਂਡ ਬਹੁਤ ਵਧੀਆ ਇੱਥੇ, ਠੀਕ ਆ। ਤਾਂ ਖੈਰ ਇੱਥੇ ਅਮਰੀਕਾ ਦੇ ਰਾਸ਼ਟਰਪਤੀ ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੀਆਂ ਮੀਟਿੰਗ ਹੋਈਆਂ। ਮੀਟਿੰਗ ਤੋਂ ਬਾਅਦ ਇੱਕ ਨਤੀਜਾ ਨਿਕਲ ਗਿਆ ਕਿ ਦੁਨੀਆ ਨੂੰ ਇੱਕ ਅਜਿਹੀ ਸੰਸਥਾ ਦੀ ਲੋੜ ਆ, ਠੀਕ ਆ, ਅਜਿਹੀ ਸੰਸਥਾ ਦੀ ਲੋੜ ਆ ਜਿੱਥੇ ਕਿ ਆਪਾਂ ਕੁਝ ਕਰ ਸਕੀਏ, ਜਿਹੜੀ ਅੱਜ ਤੋਂ ਬਾਅਦ ਲੜਾਈ ਨਾ ਹੋਣ ਦੇਵੇ। ਤਾਂ ਕਹਿੰਦੇ ਆ ਕਿ ਇਹਨਾਂ ਮੀਟਿੰਗਸ ਦੇ ਦੌਰਾਨ ਹੀ ਯੂਨਾਈਟਿਡ ਨੇਸ਼ਨਸ, ਸੰਯੁਕਤ ਰਾਸ਼ਟਰ ਸ਼ਬਦ ਜਿਹੜਾ ਸੀਗਾ ਉਹ ਅਮਰੀਕਾ ਦੇ ਰਾਸ਼ਟਰਪਤੀ ਰੋਜ਼ਵੈਲਟ ਨੇ ਕੋਇਨ ਕਰਕੇ ਸਹਾਇਕ, ਅਲਾਈਡ ਦਾ ਮਤਲਬ ਆ ਸਹਾਇਕ ਸ਼ਕਤੀਆਂ ਨੂੰ ਦਿੱਤਾ ਸੀਗਾ। ਸਹਾਇਕ ਸ਼ਕਤੀਆਂ ਕੌਣ ਸੀ? ਜਿਹੜੀਆਂ ਇਸ ਲੜਾਈ 'ਚ ਕਿਹਨਾਂ ਦੇ ਖਿਲਾਫ ਲੜ ਰਹੀਆਂ ਸੀ? ਐਕਸਿਸ ਪਾਵਰ, ਧਰੂਵੀ ਸ਼ਕਤੀਆਂ ਦੇ ਖਿਲਾਫ। ਤੇ ਜੇ ਕੋਈ ਮੈਨੂੰ ਪੁੱਛੇ ਕਿ ਸਰ ਧਰੂਵੀ ਸ਼ਕਤੀਆਂ ਕਿਹੜੀਆਂ ਸੀ ਲੜਾਈ 'ਚ, ਤਾਂ ਦੱਸਣ ਦੀ ਲੋੜ ਨਹੀਂ। ਜਾਪਾਨ, ਜਰਮਨ ਤੇ ਇਟਲੀ। ਤੇ ਮਿੱਤਰ ਦੇਸ਼ ਕਿਹੜੇ ਸੀ? ਅਲਾਈਡ ਪਾਵਰਸ ਕਿਹੜੀਆਂ ਸੀਗੀਆਂ? USA, USSR, ਰਸ਼ੀਆ, ਸੌਰੀ ਫਰਾਂਸ ਤੇ UK ਤੇ ਹੋਰ ਕਈ ਦੇਸ਼, ਆ ਬੈਲਜੀਅਮ ਛੋਟੀਆਂ ਮੋਟੀਆਂ ਮੱਛੀਆਂ ਬਹੁਤ ਸੀ ਵਿੱਚ। ਖੈਰ ਹੁਣ ਜੇ ਕੋਈ ਮੈਨੂੰ ਪੁੱਛੇ ਕਿ ਸਰ ਠੀਕ ਆ ਜੀ, ਜੱਜ ਕੀ ਗੱਲ ਤੁਹਾਡੀ, ਸਾਰਾ ਕੰਸੈਪਟ ਕਲੀਅਰ ਹੋ ਗਿਆ, ਹੁਣ ਸਾਨੂੰ ਮਾੜਾ ਜਿਹਾ ਇਹ ਦੱਸ ਦਿਓ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਬਣਿਆ ਹੈ ਇਹਦੀ ਕਰਨੋਲੋਜੀ ਦੱਸ ਦਿਓ ਕਿ ਪਹਿਲਾਂ ਕਿਹੜੀ ਮੀਟਿੰਗ ਹੋਈ ਆ, ਬਾਅਦ 'ਚ ਕਿਹੜੀ ਮੀਟਿੰਗ ਹੋਈ ਆ, ਫਿਰ ਕਿਹੜੀ ਮੀਟਿੰਗ ਹੋਈ ਆ, ਫਿਰ ਕਿਹੜੀ ਮੀਟਿੰਗ ਹੋਈ ਆ। ਯੂਨਾਈਟਿਡ ਨੇਸ਼ਨਸ ਦੇ ਬਣਨ ਦੀ ਕਰਨੋਲੋਜੀ ਦੱਸੋ ਸਾਨੂੰ। ਤਾਂ ਯੂਨਾਈਟਿਡ ਨੇਸ਼ਨਸ ਦੇ ਬਣਨ ਦੀ ਇੱਕ ਕਰਨੋਲੋਜੀ ਆ। ਸਭ ਤੋਂ ਪਹਿਲਾਂ ਇੱਕ ਮੀਟਿੰਗ ਜੂਨ 1941 'ਚ ਹੁੰਦੀ ਹੈ ਜਿਹਨੂੰ ਕਹਿੰਦੇ ਡੈਕਲੇਰੇਸ਼ਨ ਆਫ ਸੈਂਟ ਜੇਮਸ ਪੈਲੇਸ।
ਸਭ ਤੋਂ ਪਹਿਲਾਂ ਸੈਂਟ ਜੇਮਸ ਪੈਲੇਸ ਡੈਕਲੇਰੇਸ਼ਨ, ਜਿਹਨੂੰ ਕਿ ਲੰਡਨ ਡੈਕਲੇਰੇਸ਼ਨ ਵੀ ਕਿਹਾ ਗਿਆ, ਕਹਿੰਦੇ ਇਹਦੇ ਦੌਰਾਨ ਸਭ ਤੋਂ ਪਹਿਲਾਂ ਅਲਾਈਡ ਦੇਸ਼ ਜਿਹੜੇ ਆ ਉਹ ਮਾੜਾ ਜਿਹਾ ਵਿਚਾਰ ਕਰਦੇ ਆ ਕਿ ਯਾਰ ਐਵੇਂ ਦੀ ਕੋਈ ਸੰਸਥਾ ਬਣਾਓ ਜਿਹੜੀ ਲੜਾਈ ਨੂੰ, ਕਿਉਂਕਿ ਜੂਨ 1941 ਤੋਂ ਬਾਅਦ ਨਾ ਇੱਕ ਮੋੜਾ ਪੈ ਗਿਆ ਸੀ ਲੜਾਈ 'ਚ, ਐਕਸਿਸ ਹਾਰਨ ਲੱਗ ਪਏ ਸੀ ਤੇ ਅਲਾਈਡ ਜਿੱਤਣ ਲੱਗ ਪਏ ਸੀ। ਸੋ ਜੇ ਕੋਈ ਮੈਨੂੰ ਪੁੱਛੇ ਕਿ ਯੂਨਾਈਟਿਡ ਨੇਸ਼ਨਸ ਦੇ ਬਣਨ ਦੇ ਵਿੱਚ ਸਭ ਤੋਂ ਪਹਿਲਾ ਮਤਾ ਕਿਹੜਾ ਹੈ, ਪਹਿਲੀ ਮੀਟਿੰਗ ਕਿਹੜੀ ਆ, ਤਾਂ ਤੁਸੀਂ ਕਹੋਗੇ ਸੈਂਟ ਡੈਕਲੇਰੇਸ਼ਨ ਆਫ ਸੈਂਟ ਜੇਮਸ ਪੈਲੇਸ, ਜਿਹਨੂੰ ਆਪਾਂ ਲੰਡਨ ਡੈਕਲੇਰੇਸ਼ਨ ਵੀ ਕਹਿੰਦੇ ਆ, ਜੂਨ 1941 'ਚ। ਇਸ ਤੋਂ ਬਾਅਦ ਕੀ ਹੋਇਆ, ਫਿਰ ਇਸ ਤੋਂ ਬਾਅਦ ਇੱਕ ਗੱਲ ਹੋਈ ਜਿਹੜੀ ਮੈਂ ਇਹਦੇ 'ਚ ਨਹੀਂ ਲਿਖੀ, ਉਹ ਪਤਾ ਕੀ ਆ, ਉਹ ਵੈਸੇ ਯੂਨਾਈਟਿਡ ਨੇਸ਼ਨਸ ਵਾਲਿਆਂ ਨੇ ਆਪਣੀ ਆਫੀਸ਼ੀਅਲ ਵੈਬਸਾਈਟ 'ਤੇ ਵੀ ਨਹੀਂ ਪਾਈ। ਉਹ ਕੀ ਸੀਗਾ, ਉਹ ਗੁਪਤ ਮੀਟਿੰਗ ਜਿਹੜੀ ਕਿ ਨਿਊ ਫਾਊਂਡਲੈਂਡ ਵਿੱਚ ਹੋਈ ਸੀ, ਕਿਹਦੀ ਭਲਾ, ਅਮਰੀਕਾ ਤੇ ਯੂਕੇ ਦੀ। ਉਸ ਤੋਂ ਬਾਅਦ ਉਹਨਾਂ ਨੇ ਦੂਜੀ ਗੱਲ ਆਪਣੀ ਆਫੀਸ਼ੀਅਲ ਵੈਬਸਾਈਟ ਤੇ ਲਿਖੀ ਆ ਕਿ ਪਹਿਲਾਂ ਤਾਂ ਹੋਇਆ ਜੀ ਸੈਂਟ ਜੇਮਸ ਪੈਲੇਸ ਦਾ ਸਮਝੌਤਾ, ਉਸ ਤੋਂ ਬਾਅਦ ਅਟਲਾਂਟਿਕ ਦਾ ਮਤਾ ਲਿਖਿਆ ਗਿਆ, ਅਟਲਾਂਟਿਕ ਚਾਰਟਰ। ਅਟਲਾਂਟਿਕ ਚਾਰਟਰ ਤੇ ਇੱਕ ਸਾਂਝਾ ਮਤਾ ਸੀਗਾ ਜਿਹਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਤੇ ਯੂਕੇ ਦੇ ਰਾਸ਼ਟਰਪਤੀ ਨੇ ਸਾਈਨ ਕੀਤਾ ਸੀਗਾ। ਠੀਕ ਆ ਜੀ, ਆਹ ਗੱਲ ਕਲੀਅਰ ਹੋ ਗਈ। ਕਿਹਦੇ ਤੋਂ ਬਾਅਦ, ਜਿਹੜੀ ਨਿਊ ਫਾਊਂਡਲੈਂਡ ਵਾਲੀ ਮੀਟਿੰਗ ਸੀ ਉਹਦੇ ਤੋਂ ਬਾਅਦ, ਨਿਊ ਫਾਊਂਡਲੈਂਡ ਵਾਲੀ ਮੀਟਿੰਗ ਤੋਂ ਬਾਅਦ ਇਸ ਮਤੇ ਤੇ ਸਭ ਤੋਂ ਪਹਿਲਾਂ ਕਹਿਣਾ ਤੁਸੀਂ ਸਰ ਸੈਂਟ ਜੇਮਸ ਪੈਲੇਸ ਦਾ ਡੈਕਲੇਰੇਸ਼ਨ। ਉਸ ਤੋਂ ਬਾਅਦ ਕਿਹੜਾ ਮਤਾ ਆਇਆ, ਅਟਲਾਂਟਿਕ ਚਾਰਟਰ। ਅਟਲਾਂਟਿਕ ਚਾਰਟਰ ਤੋਂ ਬਾਅਦ 1 ਜਨਵਰੀ 1942 ਨੂੰ ਫਿਰ ਸ਼ਬਦ ਵੀ ਆ ਗਿਆ, ਡੈਕਲੇਰੇਸ਼ਨ ਬਾਏ UN। ਇਹਦੇ 'ਚ 26 ਦੇਸ਼ ਮਿਲੇ ਤੇ ਇੱਥੋਂ ਤੱਕ ਕਿ ਗੁਲਾਮ ਦੇਸ਼ ਸੀ ਜਿਹੜੇ ਉਹਨਾਂ ਸਮਿਆਂ 'ਚ, ਇੰਡੀਆ, ਚਾਈਨਾ ਵਰਗੇ ਗੁਲਾਮ ਦੇਸ਼, ਜਿਹੜੇ ਚਾਈਨਾ ਸੀ ਅਰਧ ਗੁਲਾਮ, ਇੰਡੀਆ ਸੀ ਉਦੋਂ ਹਜੇ ਗੁਲਾਮ, ਉਹੋ ਜਿਹੇ ਦੇਸ਼ਾਂ ਨੇ ਵੀ ਮੀਟਿੰਗਾਂ ਅਟੈਂਡ ਕੀਤੀਆਂ। ਕਿੱਡੀ ਇੰਟਰਸਟਿੰਗ ਗੱਲ ਆ। 1 ਜਨਵਰੀ 1942 ਨੂੰ ਆਇਆ ਡੈਕਲੇਰੇਸ਼ਨ ਬਾਏ UN। ਸੋ ਇਹ ਮਤਾ UN ਦਾ ਅਸਲੀ ਮਤਾ, ਜਿਸ 'ਚ UN ਸ਼ਬਦ ਆ ਚੁੱਕਿਆ ਸੀ। ਅੱਗੇ ਆ ਜਾਓ, ਮਾਸਕੋ ਡੈਕਲੇਰੇਸ਼ਨ। ਉਸ ਤੋਂ ਬਾਅਦ 2 ਛੋਟੇ ਮਤੇ ਆਏ ਆ। ਇੱਕ ਆਇਆ ਜੀ ਮਾਸਕੋ ਡੈਕਲੇਰੇਸ਼ਨ, ਮਾਸਕੋ ਰਸ਼ੀਆ ਦਾ ਸ਼ਹਿਰ ਸੀ, ਫਿਰ ਉੱਥੇ ਮੀਟਿੰਗ ਹੋਈ। ਫਿਰ ਈਰਾਨ, ਏਸ਼ੀਆ ਦੇ ਇੱਕ ਦੇਸ਼ ਆ ਈਰਾਨ, ਉੱਥੋਂ ਦਾ ਦੇਸ਼ ਆ ਤਹਿਰਾਨ, ਉੱਥੇ ਮੀਟਿੰਗ ਹੋਈ। ਇਹਨਾਂ ਮੀਟਿੰਗਾਂ 'ਚ ਹੋਇਆ ਕੀ ਆ, ਸਿਆਣੇ ਤਾਂ ਇੱਕੋ ਗੱਲ ਕਹਿ ਸਕਦੇ ਆ ਕਿ ਵਿਚਾਰ ਅੱਗੇ ਵੱਧਦੇ ਗਏ। ਤੁਸੀਂ ਇਹਨਾਂ ਮੀਟਿੰਗਾਂ 'ਚ ਅੰਦਰ ਕੀ ਹੋਇਆ ਉਹ ਥੋੜ੍ਹਾ ਯਾਦ ਕਰਨਾ, ਤੁਹਾਨੂੰ ਪੈਟਰਨ ਪਤਾ ਹੋਣਾ ਕਿ ਸੈਂਟ ਜੇਮਸ ਪੈਲੇਸ ਦਾ ਡੈਕਲੇਰੇਸ਼ਨ ਪਹਿਲਾਂ, ਫਿਰ ਅਟਲਾਂਟਿਕ ਚਾਰਟਰ ਹੋਇਆ, ਠੀਕ ਆ, ਫਿਰ UN ਡੈਕਲੇਰੇਸ਼ਨ ਹੋਇਆ, ਫਿਰ ਮਾਸਕੋ ਡੈਕਲੇਰੇਸ਼ਨ ਹੋਇਆ, ਫਿਰ ਤਹਿਰਾਨ ਦੀ ਮੀਟਿੰਗ ਹੋਈ। ਤਹਿਰਾਨ ਦੀ ਮੀਟਿੰਗ ਤੋਂ ਬਾਅਦ ਹੋਈ ਆ ਜੀ ਯਾਲਟਾ ਕਾਨਫਰੰਸ, ਕ੍ਰੀਮੀਆ 'ਚ, ਰਸ਼ੀਆ ਦੇ ਗਵਾਂਢ 'ਚ ਯਾਲਟਾ ਕਾਨਫਰੰਸ। ਉੱਥੇ ਬੈਠ ਕੇ ਵੀ ਫਿਰ ਇਹ ਦੇਖਿਆ ਗਿਆ, ਕਿਉਂਕਿ ਇੱਥੋਂ ਤੱਕ ਪਹੁੰਚਦੇ 45 ਆ ਗਿਆ ਸੀ। 45 ਆਉਣ ਦਾ ਮਤਲਬ ਇਹ ਆ ਕਿ ਜਰਮਨ ਵਰਗੇ ਦੇਸ਼ ਹਾਰ ਚੁੱਕੇ ਸੀ, ਹੁਣ ਜਰਮਨ, ਇਟਲੀ ਜਮਾਂ ਹੀ ਹਾਰ ਗਏ ਸੀ। ਇੱਥੇ ਤਾਂ ਇਹ ਵੀ ਫੈਸਲਾ ਹੋ ਗਿਆ ਕਿ ਯਾਰ ਆਪਾਂ UN ਤਾਂ ਬਣਾਵਾਂਗੇ, ਇਹ ਦੱਸੋ ਕਿ ਜਰਮਨ ਤੇ ਇਟਲੀ ਜਿਹੜੇ ਹਾਰੇ ਆ ਇਹਨਾਂ ਦਾ ਕੀ ਕਰੀਏ। ਸੋ ਹੁਣ ਨਵੀਆਂ ਗੱਲਾਂ ਵੀ ਹੋਣ ਲੱਗ ਪਈਆਂ ਕਿ ਜਰਮਨ ਦਾ ਤੇ ਬਾਕੀ ਹਾਰੇ ਹੋਏ ਦੇਸ਼ਾਂ ਦਾ ਕੀ ਕਰਨਾ ਹੈ। ਯਾਲਟਾ ਕਾਨਫਰੰਸ ਤੋਂ ਬਾਅਦ ਹੋਈ ਸੈਨ ਫਰਾਂਸਿਸਕੋ ਕਾਨਫਰੰਸ, ਮੋਸਟ ਇੰਪੋਰਟੈਂਟ ਕਾਨਫਰੰਸ। ਕਹਾਣੀ ਕਿੱਥੋਂ ਸ਼ੁਰੂ ਹੋਈ ਸੀ, ਸੈਂਟ ਜੇਮਸ ਪੈਲੇਸ ਦੀ ਮੀਟਿੰਗ ਤੋਂ ਨਾ, ਤੇ ਖਤਮ ਹੋਈ ਸੈਨ ਫਰਾਂਸਿਸਕੋ ਦੀ ਕਾਨਫਰੰਸ, ਜਿਹੜੀ ਕਿ ਜੂਨ ਦੇ ਮਹੀਨੇ 'ਚ 26 ਜੂਨ 1945 ਨੂੰ ਸੈਨ ਫਰਾਂਸਿਸਕੋ 'ਚ ਹੋਈ। ਤੁਸੀਂ ਕਹੋਗੇ ਐਡੀ ਹਾਈਲਾਈਟ ਕਰਕੇ ਮੈਂ ਇਸ ਕਾਨਫਰੰਸ ਦੀ ਗੱਲ ਕਿਉਂ ਕਰ ਰਿਹਾ, ਆਖਰ ਮੈਂ ਕਿਉਂ ਇੱਕ ਕਾਨਫਰੰਸ ਦੀ ਗੱਲ, ਬਿਕੋਜ਼ ਇਹ ਉਹ ਮੀਟਿੰਗ ਆ ਜਿੱਥੇ 50 ਦੇਸ਼ਾਂ ਨੇ, ਕਿੰਨੇ ਦੇਸ਼ਾਂ ਨੇ, 50 ਦੇਸ਼ਾਂ ਨੇ ਜਿੱਥੇ ਇੱਕ ਮਤਾ ਸਾਈਨ ਕੀਤਾ ਸੀਗਾ। 50 ਦੇਸ਼ਾਂ ਨੇ ਇੱਥੇ ਇੱਕ ਮਤਾ ਸਾਈਨ ਕੀਤਾ ਕਿ ਅਸੀਂ UN ਬਣਾਉਣ ਜਾ ਰਹੇ ਹਾਂ। ਇਸੇ ਮਤੇ ਤੋਂ ਬਾਅਦ UN ਬਣਿਆ ਸੀ ਸੈਨ ਫਰਾਂਸਿਸਕੋ। ਤੇ ਤੁਸੀਂ ਇਸ ਗੱਲ ਤੋਂ ਹੈਰਾਨ ਹੋਵੋਗੇ ਕਿ 1945 ਦਾ ਸਾਲ ਆ, ਭਾਰਤ ਗੁਲਾਮ ਆ, ਪਰ ਗੁਲਾਮ ਦੇਸ਼ ਵੱਲੋਂ ਵੀ ਇੱਕ ਬੰਦਾ ਗਿਆ, ਇੰਡੀਆ ਵੱਲੋਂ ਜਿਹੜਾ ਗਿਆ ਸੀ ਸਰ ਆਰਕਟ ਰਾਮਾਸਵਾਮੀ ਮੁਦਲਿਆਰ। ਇੰਡੀਆ ਵੱਲੋਂ ਜਿਹੜਾ ਰਿਪਰੈਜ਼ੈਂਟੇਟਿਵ ਗਿਆ ਸੀ ਇਹ ICS ਅਫਸਰ ਸੀ ਉਸ ਵੇਲੇ ਦਾ, ਠੀਕ ਆ, ਰਾਮਾਸਵਾਮੀ ਮੁਦਲਿਆਰ। ਇੰਡੀਆ ਵੱਲੋਂ ਇਹਨਾਂ ਨੇ ਵੀ UN ਦਾ ਚਾਰਟਰ ਸਾਈਨ ਕੀਤਾ ਹੈ। ਤਾਂ ਇੰਟਰਸਟਿੰਗ ਗੱਲ ਸਮਝ ਆ ਗਈ, ਭਾਰਤ ਵੀ ਯੂਨਾਈਟਿਡ ਨੇਸ਼ਨਸ ਦਾ ਫਾਊਂਡਿੰਗ ਮੈਂਬਰ ਆ। ਯੂਨਾਈਟਿਡ ਨੇਸ਼ਨਸ ਦੇ ਕਿੰਨੇ ਫਾਊਂਡਿੰਗ ਮੈਂਬਰ ਹੋ ਗਏ ਭਲਾ, 51। ਤੁਸੀਂ ਕਹੋਗੇ ਲਿਖੇ ਤਾਂ 50 ਹੈ। ਪੋਲੈਂਡ ਨੇ ਥੋੜੇ ਜਿਹੇ ਲੇਟ ਸਾਈਨ ਕੀਤੇ ਸੀ, ਪਰ ਉਹ ਵੀ ਇੱਕ ਫਾਊਂਡਿੰਗ ਮੈਂਬਰ ਹੀ ਆ। ਲਾਸਟ 51ਵਾਂ ਮੈਂਬਰ ਆ ਪੋਲੈਂਡ। ਖੈਰ, ਸੈਨ ਫਰਾਂਸਿਸਕੋ ਵਾਲੀ ਮੀਟਿੰਗ ਦੇ ਵਿੱਚ ਕਿੰਨੇ ਮੈਂਬਰਾਂ ਨੇ ਸਾਈਨ ਕੀਤੇ ਆ, 50 ਨੇ, ਪਰ ਓਵਰਆਲ ਫਾਊਂਡਿੰਗ ਮੈਂਬਰ ਕਿੰਨੇ ਆ, 51। ਦੱਸੋ ਜੀ, ਆਹ ਗੱਲ ਸਮਝ ਆ ਗਈ। ਸੋ ਜੇ ਕੋਈ ਮੈਨੂੰ ਪੁੱਛੇ ਸਰ ਜੇਮਸ ਪੈਲੇਸ ਦਾ ਡੈਕਲੇਰੇਸ਼ਨ, ਉਸ ਤੋਂ ਬਾਅਦ ਅਟਲਾਂਟਿਕ ਚਾਰਟਰ, ਉਸ ਤੋਂ ਬਾਅਦ UN ਡੈਕਲੇਰੇਸ਼ਨ, ਉਸ ਤੋਂ ਬਾਅਦ ਮਾਸਕੋ ਦੀ ਮੀਟਿੰਗ, ਉਸ ਤੋਂ ਬਾਅਦ ਤਹਿਰਾਨ ਦੀ ਮੀਟਿੰਗ, ਉਸ ਤੋਂ ਬਾਅਦ ਯਾਲਟਾ ਕਾਨਫਰੰਸ, ਚਲਾ ਲਓ ਉੱਥੋਂ
ठीक है, आ गई लाइट आ गई ना, चला के देखो एक बार। हाँ, उस तो बाद याल्टा कॉन्फ्रेंस तो बाद सैन फ्रांसिस्को कॉन्फ्रेंस। किस तरीके नाल UN बनया, एक करनौलजी दे विच मीटिंग्स होईयां। आप सालें दे तुहानूं पता ही नहीं लगता। न्यू फाउंडलैंड की सीक्रेट मीटिंग कदों हुई आ, पहली ते दूजी दे विच अटलांटिक तो पहला ते जेम्स पैलेस सेंट जेम्स पैलेस की मीटिंग तो बाद। सो गल क्लीयर है, हुण नहीं तुसीं उलझ सकते। तो जे कोई मैनू कहे कि लीग ऑफ नेशनस तो बाद UN चुटकी च बन गया, चुटकी झटकी च नहीं बनया। लीग ऑफ नेशनस नूं बंद कर दिता गया तो फाइनली यूनाइटेड नेशनस की जिहड़ी पहली मीटिंग आ उहदे होण तो पहला 24 अक्तूबर 1945 24 अक्तूबर 1945 नूं फाइनली UN होंद च आ गया। संयुक्त राष्ट्र होंद च कदों आया? 24 अक्तूबर 1945। तो इंटरस्टिंग गल दसां, जिहड़ा 51वां फाउंडिंग मैंबर आ उन्हें UN के बनने तो 5 दिन बाद साइन किए आ। पोलैंड साइंड दी फाउंडिंग डैकलरेशन ऑफ UN ऑन 29 ऑफ अक्तूबर 1945। 24 अक्तूबर तो भी 5 दिन बाद, पर फिर भी उन्हें पहला ही हामी भरती सी, इस करके उन्होंने फाउंडिंग मैंबर मन्निया गया। वजह की सी कि वह पहुँच नहीं सकिया, क्योंकि सैकेंड वर्ल्ड वार का जिहड़े देश सब तो वध शिकार होए सी, जित्थों की प्रजा सब तो वध मरी सी, उन्हां च पोलैंड सी। तो उत्थों का राष्ट्रपति अपनी जनता नूं दुख च सिट के हजे वो चार्टर ते साइन करने वास्ते सैन फ्रांसिस्को नहीं पहुँच सकिया जून च। इस करके उन्हें UN के भी बनने तो 5 दिन बाद उस चार्टर ते साइन किए तो लोगों ने उन्होंने फाउंडिंग मैंबर ही मन्निया। उम्मीद करना कि कहानी समझ आ गई होगी। इस तरीके नाल यूनाइटेड नेशनस बन के तैयार होया। सो यूनाइटेड नेशनस के बनने की पूरी स्टोरी भी दसती, तो 10 जनवरी 1946 नूं यूनाइटेड नेशनस की पहली मीटिंग हुई। पोलैंड जिन्हें कि पहला मीटिंग च नहीं जा सकिया, वो भी इसका ओरिजिनल मैंबर आ, जिन्हें 29 अक्तूबर 1945 नूं UN ते साइन किए आ चार्टर ते। दसो कहानी क्लीयर होगी। हुण जे तुहानूं कोई पुछे कि सर यूनाइटेड नेशनस बनया किवें, यूनाइटेड नेशनस का बनया, यूनाइटेड नेशनस किस तरीके नाल बनया, तुसीं सानूं ये स्टोरी एक्सप्लेन करो, ठीक है, कि UN किस तरीके नाल होंद च आया। साडा ये कंसैप्ट क्लीयर होना चाहिए। प्लीज़ सानूं ये बारे डिटेल च दसो, तो मैं तुहाडे सामने पूरा क्लीयर करता। जदों तुहानूं यूनाइटेड नेशनस बारे कोई पढ़ावे तो देखो एक गल तो बड़ी क्लीयर आ, UN इदां बनया, आ चीज़ आ, फलाना ढमकाना कुछ भी, ठीक है, तो वो तो कोई भी दस सकता है। हुण UN बारे कुछ फैक्चुअल पॉइंट्स जिहड़े कि तुहानूं पता होने चाहिए। शायद वो ना इत्थे यूनाइटेड नेशनस के ऑर्गन तो पहला आई थिंक लिखे होने चाहिए सी, ते मेरे को स्किप हो गए, ठीक है, कि यूनाइटेड नेशनस च केड़ी यूनाइटेड नेशनस है कित्थे आ, यूनाइटेड नेशनस च केड़े ऑर्गनस ने। हुण मैं सारा डिटेल च दसदा तुहानूं, ठीक है। एक मिनट पानी दा क्यों मड़ा जा, रवि हुणा बाहर बैठा, उन्होंने पानी कह दो, पानी पिया दूँ। हाँ जी, हाँ जी, एक चीज़ कि यूनाइटेड नेशनस बारे समझ आ गया कि यूनाइटेड नेशनस की आ। हुण मैं ये दसदा कि यूनाइटेड नेशनस दे विच किन्ने ऑर्गनस ने, ये किन्ने अंग आ। ये साडे लैक्चर का एक बड़ा इंपॉर्टेंट पार्ट आ, ठीक है, साडे लैक्चर का ना बड़ा एक इंपॉर्टेंट पार्ट आ यूनाइटेड नेशनस के ऑर्गनस। असी बहुत कन्फ्यूज़ होने दे, बस असी ये बहुत कन्फ्यूज़ हो जाते हैं ये ऑर्गनस से। असी ये ऑर्गनस नूं पढ़ते हुए की गलती करते हैं, पहला तो ये सवाल साडे चों कईयां नूं लगदा कि यूनाइटेड नेशनस के ऑर्गनस ने यूनैस्को, वर्ल्ड बैंक, फलाना बैंक, ढमकाना बैंक, आ बैंक, वो बैंक, एवें दा कुछ नहीं हैगा। यूनाइटेड नेशनस के अंडर बहुत कुछ आ, जिमें यूनाइटेड नेशनस जिहड़ा है उहदे अंडर काम करदियां ने स्पैशलाइज्ड एजेंसीज़। 15 स्पैशलाइज्ड एजेंसीज़ UN दे नाल काम करदियां। फिर यूनाइटेड नेशनस के नाल काम करदियां रिलेटेड एजेंसीज़, संबंधित अदारे, रिलेटेड एजेंसीज़। इस तो बिना यूनाइटेड नेशनस के चलते आ कुछ प्रोग्राम्स, यूनाइटेड नेशनस के की चलते आ कुछ प्रोग्राम्स, ठीक है। तो फिर यूनाइटेड नेशनस के अपने कुछ ऑर्गनस भी ने। हुण मैं तुहानूं एक एग्जाम्पल दिना, तुहाडे चों किसी ने एक नाम सुनिया यूनाइटेड नेशनस इन्वायरमेंट प्रोग्राम,
नहीं सुनिया। यूनाइटेड नेशंस डिवेलपमेंट प्रोग्राम, यूनाइटेड नेशंस इन्वायरमेंट प्रोग्राम, यूनाइटेड नेशंस डिवेलपमेंट प्रोग्राम, ये यूनाइटेड नेशंस के कुछ प्रोग्रामां की गल हो रही है। जे तुहाडे चों किसी ने नाम सुनिया विश्व व्यापार संगठन, वर्ल्ड ट्रेड ऑर्गेनाइजेशन WTO, कोई दस सकदा WTO कित्थे फॉल करूगी? WTO यूनाइटेड नेशंस की स्पैशल एजेंसी नहीं गी, वो WTO यूनाइटेड नेशंस की रिलेटेड एजेंसी है। किड्डा तगड़ा भुलेखा थोड़े दिमाग च, मैं सारियां अड्ड अड्ड पढ़ाउणियां है। किसी ने नाम सुनिया UNWTO, वर्ल्ड टूरिज्म ऑर्गेनाइजेशन, चलो छड्डो, WHO विश्व सेहत संगठन, वर्ल्ड हेल्थ ऑर्गेनाइजेशन, वो यूनाइटेड नेशंस की स्पैशलाइज्ड एजेंसी है। WHO, यूनेस्को, WHO, वर्ल्ड बैंक, IMF, फूड एंड एग्रीकल्चर ऑर्गेनाइजेशन, IFAD, इंटरनेशनल फूड एंड एग्रीकल्चर डेवलपमेंट, ये सारियां स्पैशलाइज्ड एजेंसीज ने। UNWTO जिहदी शॉर्ट फुल फॉर्म आ वर्ल्ड टूरिज्म ऑर्गेनाइजेशन, तो WTO जिहदी फुल फॉर्म आ वर्ल्ड ट्रेड ऑर्गेनाइजेशन, जिहड़ी मैं पहलां दसी आ तुसीं घट सुनी आ, वो यूनाइटेड नेशन की स्पैशल एजेंसी आ। जिहड़ी तुसीं बाहली सुनी आ WTO वर्ल्ड ट्रेड, ओहदी रिलेटेड एजेंसी आ। बहुत वड्डा धोखा इहदे च। इस तो बाद यूनाइटेड नेशंस के फिर ऑर्गनस किहड़े आ? मैं वर्ल्ड बैंक, IMF नूं, FAO नूं तो मैं स्पैशलाइज्ड एजेंसी कहता। यूनाइटेड नेशंस का चलन का मतलब आ यूनाइटेड नेशंस के 6 ऑर्गनस का आपस च काम करना। वो यूनाइटेड नेशंस के 6 ऑर्गनस उहदे अंग ने जिन्हां तो बिना वो बिल्कुल भी किसी जोगा नहीं हैगा। सो यूनाइटेड नेशंस के 6 ऑर्गनस किहड़े ने, हुण मैं वो दस रहा। यूनाइटेड नेशंस का पहला ऑर्गन है जनरल असैंबली, आम सभा। जनरल असैंबली यूनाइटेड नेशंस का पहला ऑर्गन आ, ठीक है। सुरक्षा परिषद UNSC, यूनाइटेड नेशन सिक्योरिटी काउंसिल, सुरक्षा परिषद, संयुक्त राष्ट्र सुरक्षा परिषद, ये इहदा दूसरा ऑर्गन आ। इकनॉमिक एंड सोशल काउंसिल, आर्थिक अते समाजिक परिषद, ये यूनाइटेड नेशंस का तीसरा ऑर्गन आ। ट्रस्टशिप काउंसिल, ट्रस्टशिप परिषद, ये यूनाइटेड नेशंस का चौथा ऑर्गन आ। इंटरनेशनल कोर्ट ऑफ जस्टिस, अंतरराष्ट्रीय न्याय की अदालत, ये इहदा पंजवां ऑर्गन आ। ते सैकटरीएट, सकत्तरत, ये इहदा 6वां ऑर्गन आ। पता नहीं तुहानूं पता सी इस गल दा कि इहदे 6 ऑर्गनस किहड़े आ? इन्हां 6 चों 5 जिहड़े आ, इंटरनेशनल कोर्ट ऑफ जस्टिस का हैडकुआटर हेग च। क्यों आ हेग चो, मैं बाद च दसूँगा कि हेग का रौला क्यों आ। क्योंकि असल दे विच जिहड़ियां न्याय वालियां अदालतां ने, वो हेग तो भी एक मीटिंग शुरू हुई सी। एक ऑर्गन इहदा हेग च, बाकी सारे न्यूयॉर्क च। तो एक गल याद रखियो, न्यूयॉर्क शहर का वो हिस्सा जिथे UN के ये 5 ऑर्गनस ने ना, वो पहला स्लॉटर हाउस हुंदा सीगा, जिथे गऊ वगैरह गऊवध किया जाता सी, उन्होंने मारिया जाता सीगा। ਉਹਨੂੰ साफ करके उस जगह की रजिस्ट्री इंटरनेशनल जमीन टैरेटरी के तौर पर की गई। उत्ते फिर ये सारे ऑर्गनस स्थापित किए गए। UN अज भी 6 भाषावां च काम करता है। देयर आर 6 ऑफिशियल लैंग्वेजिज ऑफ UN, जिन्हां च अरेबिक, चाइनीज़, स्पैनिश, रशियन, देखो अराबिक, चाइनीज़, स्पैनिश, रशियन, इंग्लिश ते फ्रेंच हो गया 6। मतलब अरेबिक, चाइनीज़, स्पैनिश, रशियन, इंग्लिश ते फ्रेंच, 6 ऑफिशियल लैंग्वेज ने UN दियां। वर्किंग 2 ही ने, 2 लैंग्वेजिज किहड़ियां ने वर्किंग, इंग्लिश एंड फ्रेंच। वर्किंग लैंग्वेजिज 2 ने सारे ऑर्गनस दियां। इट मीनस मसला क्लीयर हो गया साडा। वो ये कि यूनाइटेड नेशंस जिहड़ा है उहदे बारे सानू एक गल समझ आ गई कि यूनाइटेड नेशंस जिहड़ा है उहदे बारे सानू ये समझ आ गया कि सर इहदे 6 ऑर्गनस किहड़े किहड़े आ। क्यों ना हुण आपां उहदे 6 ऑर्गनस नू चंगी तरह डिटेल च पढ़ीए। इहदे जिहड़े 6 ऑर्गनस ने, हुण आपां उन्हां बारे एक एक करके गल करनी आ कि आखिर इहदे 6 ऑर्गनस है किहड़े किहड़े आ। जिन्हां च मैं कुछ नाम लए आ। जिहड़ा पहला नाम लिया मैं, वो सीगा जनरल असैंबली यानी कि आम सभा, सिक्योरिटी काउंसिल यानी कि सुरक्षा परिषद, इकोसॉक यानी कि आर्थिक ते समाजिक परिषद, ट्रस्टशिप काउंसिल यानी कि ट्रस्टशिप परिषद, तो उस तो बाद इंटरनेशनल कोर्ट ऑफ जस्टिस, अंतरराष्ट्रीय न्याय अदालत, तो लास्ट चा सकत्तरेत यानी कि सैकटरीएट। ये 6 ऑर्गनस किवें काम करते हैं, इन्हों काम कराउण दी की रिस्पोंसिबिलिटीज़ ने,
ਤੇ ਫਿਰ ਬਾਕੀ ਦੀਆਂ ਆਰਗੇਨਾਈਜੇਸ਼ਨਸ ਜਿਹੜੀਆਂ UN ਦੇ ਨਾਲ ਜੁੜੀਆਂ ਹੋਈਆਂ ਹੈ ਉਹਨਾਂ 'ਚ ਤੇ ਇਹਦੇ 'ਚ ਫਰਕ ਕੀ ਹੈ। ਸੋ ਇਹ ਚੀਜ਼ਾਂ ਆਪਾਂ ਹੁਣ ਡਿਟੇਲ 'ਚ ਡਿਸਕਸ ਕਰਦੇ ਹਾਂ, ਠੀਕ ਆ। ਇਹ ਤੋਂ ਆਪਾਂ ਅਗਲੇ ਲੈਕਚਰ 'ਚ ਕੰਟੀਨਿਊ ਕਰਾਂਗੇ।